ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ
ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕੇਤਿਕ ਉਤਸਵ ਦੇਖ ਕੈ ਪ੍ਰਿਥੀਏ ਟਿਗ ਜਾਵੈ। ਮੰਗਲ ਸਗਲ ਸੁਨਾਵਤੇ ਬਹੁ ਬਿਧ ਗੁਣ ਗਾਵੈ। ਕੇਤਿਕ ਉਤਸਵ ਦੇਖ ਕੈ ਪ੍ਰਿਥੀਏ ਟਿਗ ਜਾਵੈ। ਮੰਗਲ ਸਗਲ ਸੁਨਾਵਤੇ ਬਹੁ ਬਿਧ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇਚਲ ਚੌਰ ਛਤਰ ਤਖਤ ਦੇ ਮਾਲਕ, ਦੀਨਾ ਬੰਧੂ ਭਗਤ ਵਛਲ ਦਇਆ ਨਿਧ, ਮਿਹਰਾਮਤਾਂ ਦਾ ਸਾਗਰ, ਹਾਜ਼ਰਾ ਹਜੂਰ ਜਹਰਾ ਜਹੂਰ, ਕਰੁਣਾ ਨਿਦਾਨ ਸ਼ਬਦਾ ਅਵਤਾਰ, 10 ਪਾਤਸ਼ਾਹੀਆਂ ਜੀ ਦੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਹਜ਼ੂਰ ਦੇ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਪਿਛਲੇ ਅਰਸੇ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ, ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਆਪ ਨਿਤਾ ਪ੍ਰਤੀ ਸਰਵਣ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਸਫਲਾ ਬਣਾ ਰਹੇ ਹੋ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਸਤਿਗੁਰਾਂ ਦੇ ਦਰ ਘਰ ਦੀ ਸੋਭਾ ਸਿਫਤ ਸਰਵਣ ਕਰਨ ਦੇ ਵੱਡੇ ਭਾਗ ਆਪਾਂ ਨੂੰ ਪ੍ਰਾਪਤ ਹੋ ਰਹੇ ਹਨ। ਜਥਾ ਪ੍ਰਸੰਗ ਪਿਛਲੇ ਦੀ ਬਾਣ ਵਿੱਚ ਆਪਾਂ ਸੁਣਿਆ ਵਿਚਾਰਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਨਾਲ ਈਰਖਾ ਕਰਦਾ ਹੋਇਆ ਪ੍ਰਿਥੀ ਚੰਦ ਝਗੜਾ ਉਠਾਉਂਦਾ ਹੋਇਆ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਛੱਡ ਕਰਕੇ ਦਿੱਲੀ ਨੂੰ ਰਵਾਨਾ ਹੋਇਆ। ਪਤਾ ਲੱਗਣ ਤੇ ਇਸ ਪ੍ਰਿਥੀ ਚੰਦ ਨੇ ਆਪਣੇ ਮਿੱਤਰ ਸੁਲਹੀ ਦੇ ਨਾਲ ਮਿਲਾਪ ਕੀਤਾ ਲਾਹੌਰ ਦੇ ਲਾਗੇ ਹੇਹਰ ਨਗਰ ਵਿੱਚ। ਸੁਲਹੀ ਨੇ ਦੀ ਤਰਸਯੋਗ ਹਾਲਤ ਵੇਖ ਕਰਕੇ ਪੁੱਛਿਆ ਵੀ, ਹੇ ਮੇਰੇ ਮਿੱਤਰ ਪ੍ਰਿਥੀ ਚੰਦ, ਤੇਰੇ ਤੇ ਇਹੋ ਜਿਹੀ ਕਿਹੜੀ ਵਿਪਤਾ ਪਈ ਵੀ ਤੂੰ ਪਰਿਵਾਰ ਸਮੇਤ ਹੀ ਸਮਾਨ ਗੱਡਾਂ ਤੇ ਲੱਦ ਕੇ ਤੇ ਦਰਬਦਾਰ ਭਟਕ ਰਿਹਾ ਹੈ। ਪ੍ਰਿਥੀ ਚੰਦ ਨੇ ਆਖਿਆ, ਸੁਲਹੀ ਤੂੰ ਮੇਰਾ ਸੱਜਣ ਪਿਆਰਾ ਮਿੱਤਰ ਹੈ, ਤੇਥੋਂ ਕਿਸੇ ਗੱਲ ਦਾ ਓਹਲਾ ਨਹੀਂ। ਯਾਦ ਰੱਖ ਕਿ ਤੇਰਾ ਇਹ ਮਿੱਤਰ ਪ੍ਰਿਥੀ ਚੰਦ ਅੱਜ ਬਹੁਤ ਸੰਕਟ ਵਿਪਤਾ ਦੇ ਸਮੇਂ ਵਿੱਚ ਹੈ। ਤੈਨੂੰ ਪਤਾ ਹੈ ਮੇਰੇ ਛੋਟੇ ਭਰਾ ਅਰਜਨ ਦੇਵ ਨਾਲ ਮੇਰਾ ਝਗੜਾ ਚੱਲਦਾ ਹੈ ਤੇ ਉਹਨੇ ਈਰਖਾ ਕਰਦਿਆਂ ਹੋਇਆ ਮੈਨੂੰ ਨਗਰ ਵਿੱਚੋਂ ਕੱਢ ਦਿੱਤਾ ਹੈ।
ਇਸ ਤਰ੍ਹਾਂ ਦੇ ਆਪਸ ਵਿੱਚ ਬਚਨ ਵਿਲਾਸ ਹੋਏ ਤੇ ਸੁਲਹੀ ਨੇ ਸਾਧ ਸੰਗਤ ਜੀ ਪ੍ਰਿਥੀ ਚੰਦ ਨੂੰ ਹੇਹਰ ਨਗਰ ਦੀ ਜ਼ਮੀਨ ਦਿੱਤੀ। ਭਾਵ ਹੇਹਰ ਨਗਰ ਦਾ ਮਾਮਲਾ ਜਿਹੜਾ ਉਹ ਪ੍ਰਿਥੀ ਚੰਦ ਦੇ ਸਪੁਰਦ ਕਰ ਦਿੱਤਾ। ਇਥੋਂ ਦਾ ਪਟਾ ਪ੍ਰਿਥੀ ਚੰਦ ਨੇ ਸੁਲਹੀ ਤੋਂ ਲਿਖਵਾਇਆ। ਅਰ ਵਿਚਾਰ ਸਾਹਮਣੇ ਪ੍ਰਗਟ ਕੀਤਾ ਕਿ ਮਿੱਤਰ ਸੁਲਹੀ, ਮੈਂ ਚਾਹੁੰਦਾ ਵੀ ਇੱਥੇ ਅੰਮ੍ਰਿਤਸਰ ਸਾਹਿਬ ਵਾਂਗੂ ਰੌਣਕਾਂ ਲੱਗਣ ਤੇ ਤਲਾਬ ਬਣਾਇਆ ਜਾਵੇ, ਵਿੱਚ ਹਰਿਮੰਦਰ ਸਾਹਿਬ ਬਣੇ, ਇੱਥੇ ਭਾਰੀ ਤਪ ਸਥਾਨ ਪ੍ਰਗਟ ਹੋਵੇ। ਤੈਨੂੰ ਕੀ ਲੱਗਦਾ? ਸੁਲਹੀ ਨੇ ਵੀ ਹਾਮੀ ਭਰੇ ਵੀ ਮੈਂ ਬਿਲਕੁਲ ਸਹਿਮਤ ਹਾਂ। ਬੜਾ ਵੱਡੇ ਪੁੰਨ ਦਾ ਕੰਮ ਹੈ। ਆ ਚੱਕ ਬੇਅੰਤ ਮਾਇਆ ਮੋਹਰਾਂ, ਮੇਰੀ ਸੇਵਾ ਜਿਹੜੀ ਉਹ ਵੀ ਇਹਦੇ ਵਿੱਚ ਹਿੱਸਾ ਪਾ ਲੈ, ਮੇਰਾ ਵੀ ਪੁੰਨ ਦੇ ਵਿੱਚ ਹਿੱਸਾ ਪੈ ਜਾਵੇਗਾ। ਇਹ ਤਾਂ ਵੱਡਾ ਚੰਗਾ ਕਾਰਜ ਤੂੰ ਕਰਨ ਲੱਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਮਾਇਆ ਪ੍ਰਿਥੀ ਚੰਦ ਦੇ ਆਪ ਦੇ ਪਾਸ ਵੀ ਹੈ ਸੀ ਤੇ ਪ੍ਰਿਥੀ ਚੰਦ ਨੇ ਉਹ ਮਾਇਆ ਕੁਝ ਸੁਲਹੀ ਵਾਲੀ ਖਰਚ ਕੇ ਬਹੁਤ ਮਿਹਨਤੀ ਮਜ਼ਦੂਰ ਲਗਾ ਕਰ ਬਹੁਤ ਭਾਰੀ ਸਰੋਵਰ ਅੰਮ੍ਰਿਤਸਰ ਸਾਹਿਬ ਵਾਂਗੂ ਇੱਥੇ ਪਟਵਾਇਆ। ਮਾਇਆ ਦੀ ਖੇਡ ਹੈ। ਆਵੇ ਲਗਵਾ ਦਿੱਤੇ ਤੇ ਖੁਦਾਈ ਤੋਂ ਬਾਅਦ ਛੇਤੀ ਇੱਟਾਂ ਦੇ ਨਾਲ ਸਰੋਵਰ ਵੀ ਚਿਣਵਾ ਦਿੱਤਾ। ਸਰੋਵਰ ਪੱਕਾ ਕਰਵਾਉਣ ਤੋਂ ਬਾਅਦ ਇਹਨੇ ਵਿੱਚ ਇੱਕ ਹਰਿਮੰਦਰ ਸਾਹਿਬ ਦਾ ਸਥਾਨ ਇੰਨ ਬਿਨ ਉਸੇ ਹੀ ਸ਼ਕਲ ਵਿੱਚ, ਤਾਂ ਕਿ ਹਰਿਮੰਦਰ ਸਾਹਿਬ ਦੀ ਜਿਵੇਂ ਮਹਿਮਾ ਹੋ ਰਹੀ ਹੈ, ਕੋਈ ਭੁਲੇਖਾ ਖਾ ਕੇ ਤੇ ਮੇਰੇ ਪਾਸ ਆਇਆ ਕਰੇਗਾ, ਮੇਰੀ ਪੂਜਾ ਹੋਵੇਗੀ। ਮਨੋਰਥ ਇਹਦਾ ਇਹ ਹੈ ਵੀ ਵੱਧ ਤੋਂ ਵੱਧ ਸੰਗਤਾਂ ਇੱਥੇ ਆਉਣਗੀਆਂ ਤੇ ਮੇਰੇ ਗੋਡੀ ਹੱਥ ਲਾਉਣਗੇ, ਚਰਨੀ ਹੱਥ ਲਾਉਣਗੇ, ਮੈਂ ਗੁਰੂ ਬਣਾਂਗਾ, ਮੇਰੀ ਪੂਜਾ ਹੋਵੇਗੀ। ਕੁਝ ਹੀ ਮਨਸਾ ਧਾਰੀ ਹੋਈ ਪ੍ਰਿਥੀ ਚੰਦ ਨੇ ਸਥਾਨ ਵੀ ਬਣਾ ਲਿਆ। ਵਿੱਚ ਕਵੀ ਜੀਆਂ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਇਆ ਸੰਗਤ ਨੂੰ ਕਿ ਹੇ ਸਰੋਤਾ ਜਨੋ, ਵੀ ਇਹ ਪ੍ਰਿਥੀ ਚੰਦ ਦਾ ਇੱਕ ਪਾਸੇ ਅੰਮ੍ਰਿਤ ਸਰੋਵਰ ਬਣਿਆ ਹੋਇਆ, ਹਰਿਮੰਦਰ ਵੀ ਬਣਿਆ, ਇੱਕ ਪਾਸੇ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ ਹਰਿਮੰਦਰ ਸਾਹਿਬ। ਤੇ ਇੰਨਾ ਕੁ ਫਰਕ ਹੈ ਵੀ ਜਿਵੇਂ ਇੱਕ ਮਾਨ ਸਰੋਵਰ ਵਿੱਚ ਤੇ ਇੱਕ ਛੱਪੜ ਵਿੱਚ ਫਰਕ ਹੁੰਦਾ। ਸਿੱਖ ਹੰਸ ਹਨ ਤੇ ਹੰਸ ਮਾਨ ਸਰੋਵਰ ਤੇ ਜਾਂਦੇ ਹੈ। ਪ੍ਰਿਥੀ ਚੰਦ ਜੇ ਉਦਾਸ ਸੇਵਕ ਜਿਹੜੇ ਉਹ ਬਗਲੇ ਆ ਤੇ ਬਗਲੇ ਛੱਪੜ ਤੇ ਜਾਂਦੇ ਆ। ਜਾਂ ਜਿਵੇਂ ਕੋਈ ਬਗਲਾ ਮਾਨ ਸਰੋਵਰ ਵੇਖ ਆਵੇ ਤੇ ਆ ਕੇ ਆਖੇ ਵੀ ਮੈਂ ਪਿੰਡ ਦੇ ਛੱਪੜ ਨੂੰ ਮਾਨ ਸਰੋਵਰ ਬਣਾ ਦੇਵਾਂ, ਇਹ ਤਾਂ ਨਹੀਂ ਨਾ ਹੋ ਸਕਦਾ। ਇਹ ਪ੍ਰਿਥੀ ਚੰਦ ਜਿਵੇਂ ਬਗਲਾ ਹੰਸਾਂ ਦੀ ਰੀਸ ਕਰਦਾ ਹੈ, ਪ੍ਰਿਥੀ ਚੰਦ ਬਗਲਾ ਹੈ। ਹੀਰਾ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਪਾਲਣ ਜਾਵੇ। ਬਗਲਾ ਡੱਡੂ ਖਾਂਦਾ ਹੈ ਤੇ ਉਹ ਹੰਸ ਹੀਰਾ ਮੋਤੀ ਚੁਗਦੇ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ, ਡੁੱਬ ਮੋਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਵੇਖ ਕੇ ਤਰਦਿਆਂ ਹੋਇਆਂ ਬਗਲੇ ਨੇ ਵੀ ਆਖਿਆ ਵੀ ਮੈਂ ਵੀ ਹੰਸਾਂ ਵਾਂਗੂ ਤਾਰੀ ਲਾਵਾਂ। ਤੇ ਜਿਵੇਂ ਬਗਲਾ ਫਿਰ ਛੱਪੜ ਵਿੱਚ ਡੁੱਬ ਕੇ ਮਰਦਾ, ਪੈਰ ਹੇਠਾਂ ਵਾਹਿਗੁਰੂ ਸਿਰ ਹੇਠਾਂ ਮਰੇ ਹੋਏ ਦਾ ਤੇ ਉਹ ਪੰਜੇ ਜੇ ਤਾਣੂ ਹੋਏ ਹੁੰਦੇ ਆ ਮਰੇ ਬਗਲੇ ਦੇ। ਇਸ ਤਰ੍ਹਾਂ ਦੀ ਹਾਲਤ ਪ੍ਰਿਥੀ ਚੰਦ ਦੀ ਵੀ ਹੋ ਰਹੀ ਹੈ। ਹੰਸਾਂ ਦੀ ਰੀਸ ਬਗਲਾ ਕਰਦਾ। ਤੋ ਫਿਰ ਸਰੋਵਰ ਵੀ ਬਣ ਗਿਆ, ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਗੱਦੀ ਲਾ ਕੇ ਬਹਿਣ ਲੱਗਿਆ, ਸਿੰਘਾਸਣ ਲਾ ਕੇ ਆਪਦੀ ਸ਼ੋਭਾ ਕਰਾਉਂਦਾ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ, ਮੈਂ ਗੁਰੂ ਹਾਂ, ਪਰ ਅਜ਼ਮਤ ਤੋਂ ਖਾਲੀ ਹੈ, ਕੋਲ ਇਹਦੇ ਕੁਝ ਨਹੀਂ। ਕਿਸੇ ਦੀ ਅਰਦਾਸ ਬੇਨਤੀ ਤਦੇ ਹੀ ਪੂਰੀ ਹੋਵੇਗੀ ਜੇ ਇਹ ਪੂਰਾ ਹੋਵੇਗਾ। ਮਾਏ ਮੁੰਡਾ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਹੁਬੇਦ ਮੈਂ ਚੇਲੇ ਦੀਏ ਬਹਾਏ। ਤੋ ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਤੇ ਪ੍ਰਿਥੀ ਚੰਦ ਖੁਦ ਅਧੂਰਾ ਹੈ। ਪ੍ਰਚਾਰ ਬੜਾ ਆਰੰਭਿਆ ਵੀ
ਅਸਲੀ ਸਥਾਨ ਤਾਂ ਹੁਣ ਪ੍ਰਗਟ ਹੋਇਆ ਹੈ। ਹਰਿਮੰਦਰ ਸਾਹਿਬ ਉਹ ਤਾਂ ਪਹਿਲਾਂ ਵਾਲਾ ਤਾਂ ਐਵੇਂ ਹੀ ਜਾਣੋ। ਬੜੀ ਸੋਭਾ ਕਰਵਾਉਂਦਾ, ਐਵੇਂ ਵਰਦਾਨ ਛੱਡਦਾ ਕੋਲੋਂ ਹੀ ਬਣਾ ਬਣਾ ਕੇ, ਆਖੇ ਜਿਹੜਾ ਇੱਥੇ ਇਸ਼ਨਾਨ ਕਰ ਲਵੇਗਾ ਉਹਦੀ ਤਨ ਮਨ ਦੀ ਮੈਲ ਕੱਟੀ ਜਾਵੇਗੀ, ਜਨਮ ਮਰਨ ਦੇ ਫੰਧਨ ਕੱਟੇ ਜਾਣਗੇ, ਦੁੱਧ ਪੁੱਤ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ। ਪਰ ਸੱਚ ਨਹੀਂ। ਇੱਕ ਵਾਰੀ ਕੋਈ ਜਾਂਦਾ ਹੈ, ਕੋਈ 2 ਵਾਰੀ ਜਾਂਦਾ ਹੈ, ਕੋਈ 4 ਵਾਰੀ ਜਾਵੇਗਾ ਵੱਧ ਤੋਂ ਵੱਧ। ਪਰ ਜਦੋਂ ਸਾਧ ਸੰਗਤ ਜੀ ਕੋਈ ਆਸਾ ਮਨਸਾ ਪੂਰੀ ਨਾ ਹੋਵੇਗੀ ਤੇ ਭਾਵਨਾ ਕਿੱਥੋਂ ਬਣਨੀ ਹੈ। ਇਸ ਤਰ੍ਹਾਂ ਕੁਝ ਮਾੜੀਆਂ ਮੋਟੀਆਂ ਸੰਗਤਾਂ ਆਈਆਂ, ਉਹ ਵੀ ਹੌਲੀ ਹੌਲੀ ਹਟ ਗਈਆਂ, ਕਿਉਂਕਿ ਭਾਵਨਾ ਹੀ ਨਹੀਂ ਬਣਦੀ ਜਦੋਂ ਆਸਾ ਹੀ ਨਹੀਂ ਪੂਰੀ ਹੁੰਦੀ। ਹੁਣ ਜਿਹੜੀ ਸਾਧ ਸੰਗਤ ਜੀ ਇੱਕ ਹਰਿਮੰਦਰ ਸਾਹਿਬ ਤੇ ਸਿੱਖਾਂ ਦੀ ਭਾਵਨਾ ਹੈ, ਉਹ ਕਿਸੇ ਆਮ ਹੋਰ ਸਥਾਨ ਤੇ ਨਹੀਂ ਨਾ ਬਣ ਸਕਦੀ। ਭਾਵੇਂ ਹੁਣ ਬੜੇ ਆਪਦੇ ਆਪ ਨੂੰ ਗੁਰੂ ਕਹਾਉਂਦੇ ਆ, ਡੇਰੇ ਬਣਾ ਬਣਾ ਕੇ ਬੈਠੇ ਆ, ਬੜੇ ਡੇਰੇਦਾਰ ਬਣੇ ਆ, ਤੇ ਦੇਹਾਂ ਪੁਜਾਉਂਦੇ ਵੀ ਸਾਨੂੰ ਪੂਜੋ, ਅਸੀਂ ਤੁਹਾਨੂੰ ਪਰਮੇਸ਼ਰ ਨਾਲ ਮਿਲਾਵਾਂਗੇ, ਜਾਂ ਅਸੀਂ ਰੱਬ ਦੇ ਸੁਨੇਹਾ ਲੈ ਕੇ ਆਏ ਹੋਏ ਹਾਂ। ਦੇਹਧਾਰੀ ਗੁਰੂ ਬਣੇ ਹੋਏ ਆ ਤੇ ਆਪਦੇ ਆਪ ਨੂੰ ਗੁਰੂ ਕਹਾਉਂਦੇ ਹੈ ਕੱਚੇ। ਮਨ ਝਗੜੇ ਕਲੇਸ਼ ਉਹਨਾਂ ਦੇ ਗਲ ਪਏ ਹੋਏ, ਆਪਦੇ ਮਨ ਸਾਫ਼ ਨਹੀਂ, ਉਹ ਆਪ ਡੁੱਬੇ ਤੁਮ ਕਹਾਂ ਤਰਨਹਾਰ। ਇਹੋ ਜਿਹੇ ਜਿਹੜੇ ਵੈ ਹੁਣ ਉਹਨਾਂ ਤੇ ਭਾਵਨਾ ਹਰਿਮੰਦਰ ਸਾਹਿਬ ਵਾਲੀ ਤਾਂ ਨਹੀਂ ਨਾ ਬਣ ਸਕਦੀ, ਜਿਹੜੀ ਸਾਡੇ ਮਨ ਵਿੱਚ ਹਰਿਮੰਦਰ ਸਾਹਿਬ ਸਤਿਗੁਰਾਂ ਦੇ ਦਰ ਘਰ ਦੀ ਭਾਵਨਾ ਹੈ। ਇਸ ਤਰ੍ਹਾਂ ਹੁਣ ਪ੍ਰਿਥੀ ਚੰਦ ਹੁਣ ਝੂਠਾ ਹੈ, ਤੇ ਝੂਠ ਤੇ ਸੱਚ ਵਰਗੀ ਭਾਵਨਾ ਕਿਵੇਂ ਬਣੇ। ਸੰਗਤਾਂ ਹਟ ਗਈਆਂ, ਪਿੱਛਾ ਛੱਡ ਦਿੱਤਾ ਇਹਦਾ ਖਹਿੜਾ। ਕੁਝ ਸਮੇਂ ਬਾਅਦ ਜਦੋਂ ਵੇਖਿਆ, ਫਿਰ ਸੰਗਤਾਂ ਆਉਣੋਂ ਹਟ ਗਈਆਂ ਤੇ ਬੜਾ ਚੂਰਨ ਲੱਗਿਆ, ਬੜਾ ਦੁਖੀ ਹੁੰਦਾ। ਪ੍ਰਿਥੀ ਚੰਦ ਉਡੀਕਦਾ, ਕੋਈ ਆਉਂਦਾ ਨਹੀਂ, ਤੇ ਉਧਰ ਫਰਕ ਸਾਧ ਸੰਗਤ ਦੀ ਕਿੰਨਾ ਕੁ ਹੈ। ਪ੍ਰਿਥੀ ਚੰਦ ਦੇ ਬਣਾਏ ਹੋਏ ਹਰਿਮੰਦਰ ਦਾ, ਤਲਾਬ ਦਾ, ਸਰੋਵਰ ਦਾ, ਤੇ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਦਾ ਇੰਨਾ ਕੁ ਫਰਕ ਹੈ। ਕਿੰਨਾ। ਪ੍ਰਿਥੀ ਚੰਦ ਉਡੀਕਦਾ ਕੋਈ ਆਵੇ ਮੱਥਾ ਟੇਕਣ ਹੇਰ ਪਿੰਡ ਦੇ ਸਥਾਨ ਤੇ। ਪ੍ਰਿਥੀ ਚੰਦ ਸੰਗਤ ਦੀ ਉਡੀਕ ਕਰਦਾ ਹੈ, ਤੇ ਅੰਮ੍ਰਿਤਸਰ ਸਾਹਿਬ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਕਰਦੀ ਹੈ। ਇੰਨਾ ਫਰਕ ਹੈ। ਇੱਕ ਪੂਰਬ ਹੈ, ਦੂਜਾ ਪੱਛਮ ਪਾਸਾ। ਪ੍ਰਿਥੀ ਚੰਦ ਸੰਗਤ ਨੂੰ ਉਡੀਕਦਾ ਹੈ, ਮੇਰੇ ਦਰਸ਼ਨਾਂ ਨੂੰ ਕੋਈ ਆਵੇ, ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸੰਗਤ ਉਡੀਕਦੀ ਵੀ ਸਾਡੀ ਦੂਜੇ ਤੀਜੇ ਚੌਥੇ ਦਿਨ ਹੀ ਕਮ ਸੇ ਕਮ ਵਾਰੀ ਆ ਜਾਵੇ, ਅਸੀਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਸਕੀਏ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਇੱਕ ਪਾਸੇ ਮਹਾਰਾਜ ਦੇ ਘਰ ਵਿੱਚ ਬਹੁਤ ਸ਼ਾਨੋ ਸ਼ੌਕਤ, ਮਨ ਦੀ ਦੇਗ ਲੈਂਦੀ ਹੈ, ਸੰਗਤਾਂ ਨੂੰ ਖੁੱਲ੍ਹਾ ਤਿਹਾਵਲ ਵਰਤਾਇਆ ਜਾਂਦਾ ਹੈ। ਉਧਰ ਪ੍ਰਿਥੀ ਚੰਦ ਮਹਾਰਾਜ ਦੇ ਘਰ ਦੀ ਸੋਭਾ ਸੁਣ ਸੁਣ ਕੇ ਦੂਜੇ ਤੀਜੇ ਆਪਦੇ ਸਿੱਖਾਂ ਪਾਸੋਂ ਤੇ ਦੁਖੀ ਹੁੰਦਾ ਹੈ। ਮੁੜ ਕੇ ਮਹਾਰਾਜ ਨੇ ਵਿਚਾਰਿਆ ਵੀ ਐਵੇਂ ਹੈ ਤਾਂ ਸਾਡਾ ਹੀ ਭਰਾ। ਉਹ ਅੱਜ ਹੁਣ ਪ੍ਰਸੰਗ ਉਹ ਚੱਲੇਗਾ ਵੀ ਚਲੋ ਪਿਤਾ ਤਾਂ ਇੱਕੋ ਹੀ ਆ ਨਾ ਗੁਰੂ ਰਾਮਦਾਸ ਮਹਾਰਾਜ, ਤੇ ਜੇ ਪ੍ਰਿਥੀ ਚੰਦ ਦਰ ਦਰ ਠੋਕਰਾਂ ਖਾਏਗਾ ਤੇ ਲੋਕਾਂ ਤੇ ਇਹੀ ਕਹਿਣਾ ਨਾ ਵੀ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ, ਵੱਡਾ ਸਪੁੱਤਰ ਪ੍ਰਿਥੀ ਚੰਦ ਰੁਲ ਰਿਹਾ ਹੈ। ਤੇ ਚਲੋ ਉਹ ਤਾਂ ਖੋਟਾ ਹੈ ਹੀ ਹੈ, ਅਸੀਂ ਆਪ ਦਾ ਗੁਣ ਨਾ ਗਵਾਈਏ। ਸੱਚੇ ਪਾਤਸ਼ਾਹ ਦੀਆਂ ਵੈਸੇ ਕਿਹਾ ਹੀ ਨਹੀਂ ਸੀ ਇਹਨੂੰ ਜਾਣ ਵਾਸਤੇ, ਪਰ ਫਿਰ ਵੀ ਮਹਾਰਾਜ ਜੀ ਆਪਣੇ ਰਿਸ਼ਤੇ ਵਿੱਚ ਲੱਗਦੇ ਮਾਮਾ ਧੰਨ ਭਾਈ ਗੁਰਦਾਸ ਜੀ ਇਹਨਾਂ ਨੂੰ ਭੇਜਿਆ ਸੀ ਪ੍ਰਿਥੀ ਚੰਦ ਨੂੰ ਮਨਾਉਣ ਵਾਸਤੇ। ਉਹ ਸਾਰੀ ਕਥਾ ਜਾਵੇਗੀ ਜਿਵੇਂ ਆਉਂਦੀ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਸਾਈਏ ਜੀ। ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੇਤਿਕ ਉਤ ਸਭ ਦੇਖ ਕੈ। ਕਵੀ ਜੀ ਕਹਿੰਦੇ
ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਅੰਮ੍ਰਿਤਸਰ ਸਾਹਿਬ ਦੀਆਂ ਰੌਣਕਾਂ ਤੇ ਸ਼ਾਨੋ ਸ਼ੌਕਤ ਲੱਗਾ ਹੋਇਆ, ਵੱਡੇ ਵੱਡੇ ਜੋੜ ਮੇਲੇ, ਸਤਿਗੁਰਾਂ ਦੇ ਘਰ ਦੀ ਸੋਭਾ ਕੁਝ ਵੇਖ ਵੇਖ ਕੇ ਪ੍ਰਿਥੀਏ ਟਿਕ ਜਾਵੈ। ਤੇ ਪ੍ਰਿਥੀ ਚੰਦ ਦੇ ਕੋਲ ਵੀ ਚਲੇ ਜਾਂਦੇ, ਜਿਹੜੇ ਕੋਈ ਵਿਚਲੇ ਆ ਨਾ ਦੋ ਪਾਸੇ ਜਾਣ ਵਾਲੇ, ਜਾਂ ਕਈ ਕਣਸੋਲ ਹੀ ਲੈਣ ਆਉਂਦੇ ਆ ਵੀ ਪ੍ਰਿਥੀ ਚੰਦ ਦੇ ਕਿਵੇਂ ਆ ਤੇ ਅਰਜੁਨ ਦੇਵ ਮਹਾਰਾਜ ਸਤਿਗੁਰਾਂ ਦੇ ਘਰ ਵੀ ਫਰਕ ਕਿੰਨਾ ਕੁ ਵੀ ਹਰਿਮੰਦਰ ਸਾਹਿਬ ਤਾਂ ਪ੍ਰਿਥੀ ਚੰਦ ਵੀ ਬਣਾਈ ਬੈਠਾ। ਜਿਹੜੇ ਕੋਈ ਕਣਸੋਆਲੀਆਂ ਲੈਣ ਵਾਲੇ ਸਿੱਖ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਆਉਂਦੇ ਆ, ਸ਼ਾਨੋ ਸ਼ੌਕਤ ਵੇਖਦੇ ਆ, ਸੰਗਤਾਂ ਦਾ ਇਕੱਠ ਵੇਖਦੇ ਆ। ਇੱਥੋਂ ਅੰਮ੍ਰਿਤਸਰ ਉੱਠ ਕੇ ਮੁੜ ਕੇ ਪ੍ਰਿਥੀ ਚੰਦ ਦੇ ਪਾਸ ਚਲੇ ਜਾਂਦੇ ਆ। ਮੰਗਲ ਸਗਲ ਸੁਨਾਵਤੇ। ਤੇ ਸਤਿਗੁਰਾਂ ਦੇ ਦਰ ਘਰ ਦੀਆਂ ਸਾਰੀਆਂ ਖੁਸ਼ੀਆਂ ਵੱਜਦੀਆਂ, ਸ਼ਹਿਨਾਈਆਂ, ਕੀਰਤਨ ਹੁੰਦਾ, ਬੜਾ ਭਾਰੀ ਜੋੜ ਮੇਲਾ ਪ੍ਰਿਥੀ ਚੰਦ ਨੂੰ ਸੁਣਾਉਂਦੇ ਹਨ। ਬਹੁ ਬਿਦ ਗੁਣ ਗਾਵੈ। ਤੇ ਜਾ ਜਾ ਕੇ ਪ੍ਰਿਥੀ ਚੰਦ ਕੋਲ ਕੁਝ ਸਿੱਖ ਬੜੇ ਹੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਗੁਣ ਗਾਉਂਦੇ ਆ। ਅਧਿਕ ਦਰਬ ਆਵਹਿ ਚੱਲਿਓ। ਕਹਿੰਦੇ ਹੇ ਬਾਬਾ ਪ੍ਰਿਥੀ ਚੰਦ ਜੀ, ਕੀ ਦਸੀਏ, ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਤੁਹਾਡੇ ਸ਼ਰੀਕ, ਤੁਹਾਡੇ ਭਰਾ ਦੇ ਘਰ ਵਿੱਚ ਤਾਂ ਬੜੀ ਮਾਇਆ ਚੱਲ ਚੱਲ ਕੇ ਆਉਂਦੀ ਵਾ। ਗਿਣਤੀ ਕੁਛ ਨਾਹੀ। ਤੇ ਕਿੰਨੀ ਕੁ ਮਾਇਆ ਆਉਂਦੀ ਆ, ਗਿਣਤੀ ਕੁਝ ਨਹੀਂ। ਕੀ ਦਸੀਏ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਉਂਦੀ ਹੈ। ਦੇਨ ਲੈਨ ਅਤ ਹੋਤ ਹੈ। ਤੇ ਦੇਣ ਲੈਣ ਫਿਰ ਸਾਰਾ ਦਿਨ ਹੀ ਹੋਈ ਜਾਂਦਾ। ਕਿੰਨੇ ਕਿੰਨਾ ਦਸੀਏ, ਕੱਪੜਾ ਥਾਨਾਂ ਦੇ ਥਾਨ ਤਾਂ ਸਿਰੋਂ ਪਾਉ ਵੰਡ ਦਿੰਦੇ ਆ ਗੁਰੂ ਅਰਜਨ ਦੇਵ ਮਹਾਰਾਜ। ਸਿੱਖ ਲੈ ਲੈ ਕੇ ਆਉਂਦੇ ਆ ਨਾ ਜਦੋਂ ਸੇਵਾਵਾਂ, ਕੋਈ ਅੰਨ ਕਣਕ ਦੇ ਭੰਡਾਰੇ ਗੱਡੇ ਭਰ ਭਰ ਲਿਆਉਂਦੇ ਲੰਗਰਾਂ ਵਾਸਤੇ, ਕੁਝ ਸੇਵਾ ਬੜੀਆਂ ਤਰ੍ਹਾਂ ਦੀ, ਕੋਈ ਦਸਵੰਧ ਕੱਢ ਕੱਢ ਕੇ ਜਦੋਂ ਮਸੰਦ ਆਉਂਦੇ ਆ। ਤੇ ਕਿੰਨੇ ਕਿੰਨੇ ਗਾਜ, ਕਿੱਡੇ ਕਿੱਡੇ ਥਾਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਰੋਪਿਆਂ ਦੇ ਵੰਡ ਦਿੰਦੇ ਆ, ਸਿਰੋਂ ਪਾਓ ਦੇ ਦਿੰਦੇ ਹਨ। ਦੇਣ ਲੈਣ ਬੜਾ ਹੁੰਦਾ ਹੈ। ਸ਼੍ਰੀ ਅਰਜਨ ਤਾਹੀ। ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹੋਏ ਅੰਮ੍ਰਿਤਸਰ ਸਾਹਿਬ, ਉਹਨਾਂ ਦੇ ਤਾਈ, ਉਹਨਾਂ ਦੇ ਘਰ ਵਿੱਚ ਤੁਮ ਢਿਗ ਭਾਗ ਹਜ਼ਾਰਵੋਂ। ਜੇ ਹਿਸਾਬ ਲਾ ਕੇ ਵੇਖੀਏ ਨਾ ਬਾਬਾ ਪ੍ਰਿਥੀ ਚੰਦ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਨਾਲੋਂ ਤੇਰੇ ਘਰ ਦੇ ਵਿੱਚ ਹਜ਼ਾਰਵਾਂ ਹਿੱਸਾ ਵੀ ਆਏ ਨਾ ਧਨ ਕੋਈ। ਧਨ ਕੋਈ ਨਹੀਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਘਰ ਜਿੰਨਾ ਧਨ ਆਉਂਦਾ ਨਾ, ਜਾਂ ਜਿੰਨੀ ਸੰਗਤ ਆਉਂਦੀ ਹੈ, ਤੇਰੇ ਇਸ ਘਰ, ਤੇਰੇ ਸਥਾਨ ਤੇ ਤਾਂ ਉਹਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਆਉਂਦਾ ਹੈ। ਸੰਗਤ ਦੇਸ਼ ਵਿਦੇਸ਼ ਤੇ। ਕਿਉਂਕਿ ਸੰਗਤਾਂ ਜੜੀਆਂ ਇੱਧਰ ਭਾਰਤ ਵਰਸ਼ ਤੋਂ, ਇੱਧਰ ਪੰਜਾਬ ਦੇਸ਼ ਤੋਂ ਤੇ ਬਾਹਰਲੇ ਵਿਦੇਸ਼ਾਂ ਤੋਂ ਆਉਂਦੀਆਂ ਹਨ। ਪਰ ਭੀੜ ਹੈ ਸੋਈ। ਤੇ ਸਦਾ ਭੀੜ ਲੱਗੀ ਰਹਿੰਦੀ ਹੈ, ਮਹਾਰਾਜ ਦਾ ਘਰ ਭਰਿਆ ਰਹਿੰਦਾ ਹੈ। ਕੋ ਕੋ ਮੰਗਲ ਤਿਨਹਾ ਕੇ। ਤੇ ਕੋਈ ਜਿਹੜਾ ਨਾ ਮੰਗਲ ਜਿਹੜੇ ਹੈ ਭਾਵ ਪ੍ਰਿਥੀ ਚੰਦ ਜੀ, ਕਿਹੜੇ ਕਿਹੜੇ ਮੰਗਲ ਖੁਸ਼ੀਆਂ ਦਸੀਏ, ਕਿਹੜੀ ਕਿਹੜੀ ਸੋਭਾ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਤੁਹਾਡੇ ਤਾਈਂ ਗਾਈਏ। ਤੁਮ ਨਿਕਟ ਸੁਨਾਵੈ। ਤੇਰੇ ਕੋਲ ਅਸੀਂ ਦਸੀਏ, ਸੁਣਾਈਏ ਵੀ ਇੰਨੀ ਖੁਸ਼ੀ, ਇੰਨੇ ਆਨੰਦ ਮੰਗਲ ਹੋ ਰਹੇ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ। ਕਿਹੜੀ ਕਿਹੜੀ ਖੁਸ਼ੀ, ਕਿਹੜੀ ਕਿਹੜੀ ਜੈ ਜੈਕਾਰ, ਕਿਹੜੀ ਕਿਹੜੀ ਸੋਭਾ ਤੈਨੂੰ ਸੁਣਾਈਏ, ਨਹੀਂ ਦੱਸੀ ਜਾਂਦੀ, ਜੀਭ ਇੱਕ ਹੈ। ਦਿਨ ਪ੍ਰਤ ਲਖਮੀ ਬਰਖਤੀ। ਮੁੱਕਦੀ ਗੱਲ ਇਹ ਹੈ ਵੀ ਦਿਨ ਪ੍ਰਤ ਦਿਨ, ਸੁਬਾਹ ਤੋਂ ਲੈ ਕੇ ਸ਼ਾਮ, ਸ਼ਾਮ ਤੋਂ ਲੈ ਕੇ ਸਵੇਰ ਤੱਕ ਸਾਰਾ ਦਿਨ ਹੀ ਲక్ష్ਮੀ ਵਰਤੀ ਜਾਂਦੀ ਹੈ, ਮਾਇਆ ਵਰੀ ਜਾਂਦੀ ਹੈ। ਸਭ ਆਨੰਦ ਉਪਾਵੈ। ਸਭ ਪਾਸੇ ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ ਸੰਗਤਾਂ ਵਿੱਚ ਪੈਦਾ ਹੋ ਰਹੀਆਂ ਹਨ। ਇੱਕ ਆਵਤ ਇੱਕ ਜਾਤ ਹੈ। ਇੱਕ ਆ ਰਹੇ ਆ ਸਿੱਖ, ਦਰਸ਼ਨ ਕਰ ਕਰਕੇ ਇੱਕ ਜਾਈ ਜਾਂਦੇ ਹਨ। ਇੱਕ ਕੀਨਸ ਡੇਰਾ। ਤੇ ਕਈਆਂ ਨੇ ਡੇਰਾ ਕੀਤਾ ਹੋਇਆ, ਭਾਵ ਕਈ ਬਾਬਾ ਬੁੱਢਾ ਸਾਹਿਬ ਤੋਂ ਆਦਿਕ ਬੜੇ ਸਿੱਖ ਉੱਥੇ ਪੱਕੇ ਤੌਰ ਤੇ ਹੀ ਰਹਿ ਰਹੇ ਹਨ। ਇੱਕ ਦਰਸ਼ਨ ਕਹ ਦਰਸ ਤੇ। ਕਈ ਇਹੋ ਜਿਹੇ ਆਉਂਦੇ ਆ, ਫਿਰ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਵੇਖਦੀਆਂ ਹਨ, ਦਰਸ਼ਨ ਕਰਦੀਆਂ ਹਨ। ਦੇ ਦਰਬ ਕਨੇਰਾ। ਤੇ ਦਰਸ਼ਨਾਂ ਦੀ ਭੇਟਾ ਕੀ ਕਨੇਰਾ ਬਹੁਤਾ ਧਨ ਦਸਵੰਧ ਦੀ ਮਾਇਆ ਭੇਂਟ ਕਰਦੀਆਂ ਹਨ। ਏਕ ਸੁਨਤ ਰਾਗਨ ਸ਼ਬਦ। ਕਈ ਕੋਈ ਆਈ ਜਾਂਦਾ ਹੈ, ਕੋਈ ਜਾਈ ਜਾਂਦਾ ਹੈ, ਕੋਈ ਦਰਸ਼ਨ ਕਰੀ ਜਾਂਦਾ ਹੈ, ਕੋਈ ਭੇਟਾਂ ਦੇਈ ਜਾਂਦਾ ਹੈ,
ਕੋਈ ਉੱਥੇ ਰਾਗੀ ਸਿੱਖਾਂ ਪਾਸੋਂ ਗੁਰਬਾਣੀ ਦੇ ਸ਼ਬਦ ਸੁਣ ਰਿਹਾ ਹੁੰਦਾ ਹੈ। ਇਕ ਆਪੇ ਗਾਵੈ ਕਈ ਆਪ ਗਾਈ ਜਾਂਦੇ, ਭਾਵ ਜਿਨ੍ਹਾਂ ਕੋਲ ਰਾਗ ਵਿਦਿਆ ਉਹ ਮਹਾਰਾਜ ਦੇ ਹਜੂਰ ਵਿੱਚ ਕਈ ਕੀਰਤਨ ਕਰੀ ਜਾਂਦੇ ਹਨ। ਏਕ ਪ੍ਰਕਰਮਾ ਦੇਤ ਤੇ ਹੈ ਕੁਝ ਸੰਗਤ ਪਰਕਰਮਾ ਕਰਦੀ ਫਿਰਦੀ ਹੈ। ਇਕ ਸੀਸ ਨਿਭਾਵੈ ਕੋਈ ਮਹਾਰਾਜ ਦੇ ਅੱਗੇ ਮੱਥੇ ਟੇਕੀ ਜਾਂਦਾ ਹੈ, ਕੋਈ ਪਰਕਰਮਾ ਕਰੀ ਜਾਂਦਾ ਹੈ, ਕੋਈ ਦਰਸ਼ਨ ਕਰੀ ਜਾਂਦਾ ਹੈ, ਕੋਈ ਆਈ ਜਾਂਦਾ ਹੈ, ਕੋਈ ਜਾਈ ਜਾਂਦਾ ਹੈ, ਕੋਈ ਪ੍ਰਿਥੀ ਚੰਦ ਉੱਥੇ ਸੇਵਾ ਕਰੀ ਜਾਂਦਾ ਹੈ, ਕੋਈ ਪੱਕੇ ਰਹੀ ਜਾਂਦੇ ਹੈ, ਕੁਝ ਪਰਿਵਾਰ ਨਵੇਂ ਆ ਰਹੇ ਹੈ, ਕੋਈ ਤੁਰੇ ਜਾ ਰਹੇ ਹਨ। ਇਕ ਕਰਤੇ ਇਸ਼ਨਾਨ ਕੋ ਕਿੰਨੀ ਸੰਗਤ ਇਸ਼ਨਾਨ ਕਰੀ ਜਾਂਦੀ ਹੈ ਸਾਰਾ ਸਾਰਾ ਦਿਨ ਹੀ। ਕਰ ਅਦਬ ਉਦਾਰਾ ਤੇ ਬੜਾ ਅਦਬ ਤੇ ਸਤਕਾਰ ਭਾਵਨਾ ਸਰੋਵਰ ਤੇ ਰੱਖਦੇ ਹਨ। ਇਕ ਕੀਰਤ ਮੁਖ ਤੇ ਕਰਤ ਕਈ ਗੁਰੂ ਅਰਜਨ ਦੇਵ ਮਹਾਰਾਜ ਦੀ ਤੇ ਸਤਿਗੁਰਾਂ ਦੇ ਹਰਮੰਦਰ ਦੀ ਅੰਮ੍ਰਿਤ ਸਰੋਵਰ ਦੀ ਸੋਭਾ ਗਾਉਂਦੇ ਐ, ਕੀਰਤੀ ਗਾਈ ਜਾਂਦੇ ਹਨ। ਗੁਰ ਅਰਜਨ ਭਾਰਾ ਕਹਿੰਦੇ ਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਭਾਰਾ, ਕਈ ਵੱਡੇ ਗੁਰੂ ਹਨ, ਪ੍ਰਤੱਖ ਪਰਮੇਸ਼ਰ ਹਨ। ਕੋਈ ਮਹਾਰਾਜ ਦੀ ਸੋਭਾ ਗਾਈ ਜਾਂਦਾ ਹੈ। ਏਕ ਟਹਿਲ ਕੋ ਕਰਤ ਹੈ ਅੱਧੇ ਕੋਈ ਇਹੋ ਜਿਹਾ ਮਹਾਰਾਜ ਦੀ ਸੋਭਾ ਗਾਈ ਜਾਂਦੇ ਐ, ਕੋਈ ਦਰਸ਼ਨ ਕਰੀ ਜਾਂਦਾ, ਕੋਈ ਇਸ਼ਨਾਨ, ਤੇ ਕਈ ਮਹਾਰਾਜ ਦੇ ਘਰ ਝਾੜੂ ਲਾਈ ਜਾਂਦੇ, ਕੋਈ ਸੇਵਾ ਕਰੀ ਜਾਂਦਾ ਹੈ। ਇਕ ਬਰ ਕੋ ਤੇ ਲੇਵੈ ਕਈ ਖੜੇ ਹੋਏ ਵਰਦਾਨ ਲਈ ਜਾਂਦੇ, ਕਿੰਨੇ ਕਿੰਨੇ ਦਿਨ ਸੇਵਾ ਕਰਕੇ ਤੇ ਮਹਾਰਾਜ ਦੇ ਘਰੋਂ ਦੁੱਧ ਪੁੱਤ ਦੀਆਂ ਦਾਤਾਂ ਲੈ ਲੈ ਤੁਰੇ ਜਾਂਦੇ ਆ। ਇਕ ਸੁਤ ਬਿਤ ਕੋ ਪਾਵਤੇ ਆ ਕਿਸੇ ਨੂੰ ਮਹਾਰਾਜ ਪੁੱਤ ਬਖਸ਼ੀ ਜਾਂਦੇ ਆ, ਕਿਸੇ ਨੂੰ ਸੱਚੇ ਪਾਤਸ਼ਾਹ ਜੀ ਧਨ ਬਖਸ਼ੀ ਜਾਂਦੇ ਹਨ। ਪਗ ਪੰਕਜ ਸੇਵੈ ਕਈ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਚਰਨ ਕਮਲਾਂ ਦੀ ਸੇਵਾ, ਮੁੱਠੀ ਚਾਪੀ ਜਾਂ ਹਜੂਰ ਦੇ ਸੰਗਤ ਰੂਪੀ ਚਰਨਾਂ ਦੀ ਸੇਵਾ ਕਰੀ ਜਾਂਦੇ ਹਨ। ਗੁਰਤਾ ਭਾਸਹਿ ਬਿਦਤ ਤਹੈ ਜੇ ਸੱਚ ਦਸੀਏ ਨਾ ਪ੍ਰਿਥੀ ਚੰਦ, ਗੁਰਤਾ ਜਿਹੜੀ ਗੁਰੂ ਰਾਮਦਾਸ ਮਹਾਰਾਜ ਦੀ ਉਹ ਤਾਂ ਉੱਥੇ ਭਾਸਦੀ ਹੈ, ਭਾਵ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਜਾ ਕੇ ਨਾ ਮਹਿਸੂਸ ਹੁੰਦਾ ਵੀ ਅਸਲੀ ਗੁਰੂ ਇੱਥੇ ਹੈ। ਗੁਰਤਾ ਸਪਸ਼ਟ ਪ੍ਰਤੱਖ ਸੰਗਤਾਂ ਦੀ ਰੌਣਕ ਵੇਖ ਕੇ, ਸਿੱਖਾਂ ਦੀ ਭਾਵਨਾ ਵੇਖ ਕੇ ਸਾਫ਼ ਭਾਸਦੀ ਭਾਪਦੀ ਹੈ। ਜੈਕਾਰ ਉਚਾਰੈ ਕਿਉਂਕਿ ਸੰਗਤਾਂ ਉੱਥੇ ਮਹਾਰਾਜ ਦੇ ਦਰਸ਼ਨ ਕਰਕੇ ਜਦੋਂ ਵਾਕਿਆ ਹੀ ਮਨ ਦੇ ਵਿੱਚ ਮਨ ਰੀਝਦਾ, ਪ੍ਰਸੰਨ ਹੁੰਦਾ, ਦਾਤਾਂ ਪ੍ਰਾਪਤ ਹੁੰਦੀਆਂ, ਅਰਦਾਸਾਂ ਸੁਣੀਆਂ ਜਾਂਦੀਆਂ ਮਹਾਰਾਜ ਦੇ ਘਰ ਵਿੱਚ, ਸਿੱਖਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਗੁਰਤਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਉੱਥੇ ਭਾਸਦੀ ਹੈ। ਸਿੱਖ ਮਹਾਰਾਜ ਦੀ ਜੈ ਜੈਕਾਰ ਕਰੀ ਜਾਂਦੇ ਹਨ। ਕੀਰਤ ਅਤ ਬਿਸਤਰਤ ਹੈ ਮੁੱਖ ਦੀ ਗੱਲ ਹੈ ਵੀ ਕੀਰਤੀ ਗੁਰੂ ਅਰਜਨ ਦੇਵ ਮਹਾਰਾਜ ਦੀ, ਸਰੋਵਰ ਦੀ, ਹਰਿਮੰਦਰ ਸਾਹਿਬ ਦੀ, ਦਰ ਘਰ ਦੀ ਬੜੀ ਵਿਸਤਰਤ ਫਲੀਭੂਤ ਹੋ ਰਹੀ ਹੈ। ਬੁੱਧ ਗਿਆਨ ਵਿਚਾਰੈ ਸਭ ਸੰਗਤਾਂ ਕਹਿੰਦੀਆਂ ਵੀ ਇਹ ਤਾਂ ਗਿਆਨ ਦੇ ਦਾਤੇ ਹੈ, ਤੇ ਬੁੱਧ ਜਾਂ ਜਿਹੜੇ ਗਿਆਨਵਾਨ ਹੈ ਤੇ ਬੁੱਧੀਵਾਨ ਹੈ ਨਾ, ਉਹ ਵਿਚਾਰਦੇ ਹੈ ਸਤਿਗੁਰਾਂ ਦੇ ਘਰ ਦੀ ਕੀਰਤੀ ਵਡਿਆਈ ਵੇਖ ਵੇਖ ਕੇ ਖੁਸ਼ ਹੁੰਦੇ ਆ, ਅਸਲੀ ਗੁਰੂ ਇੱਥੇ ਰਹਿੰਦੇ ਆ, ਇਸ ਤਰ੍ਹਾਂ ਮੰਨ ਕੇ ਤੇ ਕੀਰਤੀ ਨੂੰ ਵਿਸਤਰਤ ਸਭ ਪਾਸੇ ਫੈਲਾ ਰਹੇ ਹਨ। ਇਤਿਆਦਿਕ ਨਰ ਆਏ ਕੈ ਤੋ ਕਵੀ ਜੀ ਕਹਿੰਦੇ ਇਸ ਤੋਂ ਆਦਿਕ ਨਾ ਵੀ ਦੂਜੇ ਤੀਜੇ ਦਿਨ ਜਾਂ ਰੋਜ਼ ਹੀ ਕੋਈ ਨਾ ਕੋਈ ਅੰਮ੍ਰਿਤਸਰ ਸਾਹਿਬ ਤੋਂ ਪ੍ਰਿਥੀ ਚੰਦ ਦੇ ਕੋਲ ਜਾਂਦਾ ਰਹਿੰਦਾ ਹੈ। ਬਿਰਤਾਂਤ ਸੁਣਾਵੈ ਤੇ ਹਰਿਮੰਦਰ ਸਾਹਿਬ ਦੇ ਖੁਸ਼ੀਆਂ ਖੇੜੇ ਸੋਭਾ ਸਾਰਾ ਬਿਰਤਾਂਤ ਜਿਹੜਾ ਨਾ ਪ੍ਰਸੰਗ ਆ ਕੇ ਪ੍ਰਿਥੀਏ ਨੂੰ ਸੁਣਾਉਂਦੇ ਹਨ। ਸੁਨ ਸੁਨ ਪ੍ਰਿਥਿਆ ਬਹੁ ਖਿਜਹਿ ਤੇ ਸੁਣ ਸੁਣ ਕੇ ਜਿਹੜਾ ਪ੍ਰਿਥੀ ਚੰਦ ਹੈ ਬੜਾ ਖਿੱਚਦਾ, ਜਦੋਂ ਕੋਈ ਆ ਕੇ ਮਹਾਰਾਜ ਦੇ ਘਰ ਦੀ ਸਤਿਗੁਰਾਂ ਦੀ ਸੋਭਾ ਗਾਉਂਦਾ ਹੈ ਨਾ, ਤੇ ਪ੍ਰਿਥੀ ਚੰਦ ਬੜਾ ਖਿੱਚਦਾ ਹੈ। ਮਨ ਮਹਿ ਪਛਤਾਵੈ ਤੇ ਮਨ ਦੇ ਵਿੱਚ ਪਛਤਾਉਂਦਾ, ਬੜਾ ਗੁੱਸਾ ਚੜਦਾ, ਤੇ ਬੜਾ ਜਿਹੜਾ ਵਾ ਔਖਾ ਹੁੰਦਾ ਮਹਾਰਾਜ ਦੀ ਸੋਭਾ ਸੁਣ ਕੇ, ਨਾਲ ਹੀ ਪਛਤਾਵਾ ਕਰਦਾ ਹੈ। ਆਪਣੋ ਸ਼ਰਮ ਜੇਤੋ ਕਰਿਓ ਤੇ ਵਿਚਾਰਦਾ ਵੀ ਮਣਾ ਇੰਨੇ ਦਿਨਾਂ ਦਾ ਸਰੋਵਰ ਪਟਾ ਪਟਾ ਕੇ ਖਪੀ ਗਿਆ, ਐਡਾ ਤਗੜਾ ਸਥਾਨ ਬਣਾ ਲਿਆ,
ਇੰਨੇ ਚਿਰ ਦੇ ਲੱਗੇ ਹੋਇਆ, ਜਿੰਨੀ ਥਕਾਵਟ ਐਵੇਂ ਬਿਰਥ ਹੀ ਗਈ ਹੈ। ਸਭ ਬਾਦ ਪਛਾਨੈ। ਮੈਂ ਪਛਾਣ ਲਿਆ ਵੀ ਕੀਤਾ ਕਰਾਇਆ ਮੇਰਾ ਸਾਰਾ ਮਿੱਟੀ ਹੋ ਗਿਆ ਹੈ, ਸਭ ਬਿਅਰਥ ਹੋ ਗਿਆ ਹੈ। ਲੱਖਾਂ ਧਨ ਕੋ ਖਰਚ ਪਾ। ਮੈਂ ਲੱਖਾਂ, ਸਾਰੀ ਉਮਰ ਦੀ ਪੂੰਜੀ ਲੱਖਾਂ ਦੀ ਗਿਣਤੀ ਵਿੱਚ ਮਾਇਆ ਸਾਰੀ ਦੀ ਸਾਰੀ ਇਹ ਸਥਾਨ ਬਣਾਉਣ ਤੇ ਖਰਚ ਦਿੱਤੀ ਹੈ, ਬੇਅਰਥ ਸੁਮਾਨੈ। ਤੇ ਸਾਰੇ ਦਾ ਸਾਰਾ ਮੇਰਾ ਬਿਰਥ ਮੰਨਿਆ ਜਾ ਰਿਹਾ। ਕੋਈ ਮਾਨਤਾ ਹੀ ਨਹੀਂ ਬਣੀ ਸਥਾਨ ਦੀ। ਹਰਿਮੰਦਰ ਸਾਹਿਬ ਸਰੋਵਰ ਵੀ ਉਸੇ ਤਰ੍ਹਾਂ ਹੈ, ਜਲ ਵੀ ਖੜਾ ਹੈ, ਵਿੱਚ ਹਰਿਮੰਦਰ ਸਥਾਨ ਵੀ ਬਣਿਆ ਹੈ। ਮੈਂ ਵਿੱਚ ਸਿੰਘਾਸਣ ਲਾ ਕੇ ਵੀ ਬਹਿਨਾ, ਪਰ ਕੋਈ ਮੈਨੂੰ ਮੰਨਦਾ ਹੀ ਨਹੀਂ। ਕੀਤਾ ਕਰਾਇਆ ਸਾਰਾ ਮੇਰਾ ਮਿੱਟੀ ਹੋ ਗਿਆ। ਲਘੁਤਾ ਮੋ ਕਹ ਇਹੋ ਨਈ। ਇਹ ਤਾਂ ਨਵੀਂ ਮੇਰੇ ਤੇ ਊਣਤਾ ਹੀ ਪੈ ਗਈ ਵੀ ਹੈ ਤਾਂ ਗੁਰੂ ਅਰਜਨ ਦੇਵ ਭਰਾ ਤੋਂ ਪਹਿਲਾਂ ਹੀ ਸ਼ਰੀਕ ਤੋਂ ਮੈਂ ਛੋਟਾ ਸੀ, ਕਿਉਂਕਿ ਉਹਨਾਂ ਘਰ ਧਨ ਅੱਗੇ ਹੀ ਬੜਾ ਸੀ, ਤੇ ਰਹਿੰਦੀ ਕਸਰ ਉਹ ਹੁਣ ਨਿਕਲ ਗਈ। ਜਿਹੜੇ 4 ਪੈਸੇ ਕੋਲ ਸਨ ਉਹ ਮਾਇਆ ਸਾਰੀ ਦੀ ਸਾਰੀ ਮੈਂ ਸਥਾਨ ਤੇ ਲਾ ਲਈ ਹੈ। ਇਹ ਨਵੀਂ ਊਣਤਾਈ ਛੁਟਿਆਈ ਮੇਰੇ ਗਲ ਵਿੱਚ ਪੈ ਗਈ ਹੈ। ਦੁਖਦਾਇਕ ਹੋਈ। ਇਹ ਤਾਂ ਜਿਹੜਾ ਸਥਾਨ ਬਣਾਇਆ ਨਾ, ਬਣਾਇਆ ਤਾਂ ਮੈਂ ਸੋਭਾ ਵਾਸਤੇ ਸੀ, ਆਪਦੀ ਵਾਸਤੇ, ਪਰ ਇਹ ਉਲਟਾ ਹੋ ਗਿਆ ਸਾਰਾ ਕੁਝ। ਕੀਤਾ ਕਰਾਇਆ ਮਿੱਟੀ ਹੋ ਗਿਆ, ਉਲਟਾ ਛੁਟਿਆਈ ਗਲ ਵਿੱਚ ਪੈ ਗਈ ਹੈ। ਤੁਰਿਆ ਵਾਧੇ ਨੂੰ ਸੀ ਤੇ ਉਲਟਾ ਘਾਟੇ ਨੂੰ ਪਿਆ। ਸੁਖ ਲੈਣ ਦੀ ਥਾਂ ਇਹ ਜਿਹੜਾ ਬਣਾਇਆ ਹੋਇਆ ਹੇਰ ਨਗਰ ਵਿੱਚ ਅੰਮ੍ਰਿਤਸਰ ਸਥਾਨ ਹੈ, ਮਨ ਵਿੱਚ ਪ੍ਰਿਥੀ ਚੰਦ ਵਿਚਾਰਦਾ ਮੈਨੂੰ ਸੁਖ ਦੇਣਾ ਸੀ ਇਹ ਸਥਾਨ ਨੇ, ਪਰ ਇਹ ਦੁਖਦਾਏ ਬਣ ਗਿਆ ਹੈ। ਸਭ ਜਾਣਨਗੇ ਗੁਰ ਨਹੀਂ। ਤੇ ਹੁਣ ਸਾਰੇ ਜਾਣਨਗੇ ਵੀ ਪ੍ਰਿਥੀ ਚੰਦ ਕੋਈ ਗੁਰੂ ਨਹੀਂ ਹੈ। ਸਰ ਬਸਿਓ ਨਾ ਕੋਈ। ਕਿਉਂਕਿ ਇਹਦਾ ਬਣਾਇਆ ਹੋਇਆ ਸਰੋਵਰ ਫਲੀ ਭੂਤ ਨਹੀਂ ਹੋਇਆ, ਵਸਿਆ ਹੀ ਨਹੀਂ, ਉਜੜ ਚੱਲਿਆ ਹੈ। ਕਿਉਂਕਿ ਕੁਝ ਸਮੇਂ ਬਾਅਦ ਹੀ ਪਾਣੀ ਸੁੱਕਣਾ ਸਾਧ ਸੰਗਤ ਜੀ ਸ਼ੁਰੂ ਹੋ ਗਿਆ ਸੀ, ਤੇ ਇੱਥੇ ਆਉਂਦਾ ਵੀ ਕੋਈ ਨਹੀਂ ਸੀ। ਜੇ ਆਊ ਤੇ ਏਡੇ ਸਥਾਨ ਦੀ ਸੇਵਾ ਸੰਭਾਲ ਤਾਂ ਹੀ ਹੋਏਗੀ ਨਾ, ਨਹੀਂ ਤਾਂ ਉਵੇਂ ਧੂੜ ਮਿੱਟੀ ਜੰਮੀ ਰਹਿ ਜਾਂਦੀ ਹੈ ਵੱਡੇ ਵੱਡੇ ਸਥਾਨਾਂ ਤੇ। ਸੰਗਤ ਨਾਲ ਹੀ ਬਹਾਲ ਹੈ, ਸੰਗਤ ਨਾਲ ਹੀ ਰੌਣਕ ਹੈ। ਪ੍ਰਿਥੀ ਚੰਦ ਨੇ ਜਾਣਿਆ ਵੀ ਮਣਾ ਇਹ ਜਿਹੜਾ ਸਥਾਨ ਬਣਾਇਆ ਤਾਂ ਸੋਭਾ ਵਾਸਤੇ ਸੀ, ਪਰ ਇਹ ਤਾਂ ਬਦਨਾਮੀ ਦਾ ਘਰ ਬਣ ਚੱਲਿਆ। ਸਗੋਂ ਲੋਕਾਂ ਨੂੰ ਹੋਰ ਮੌਕਾ ਮਿਲੇਗਾ, ਮੇਰੀ ਬਦਨਾਮੀ ਵੱਧ ਹੋਵੇਗੀ। ਜਿਹੜੇ ਭੋਰਾ ਬਹੁਤੇ ਥੋੜੇ ਮੰਨਦੇ ਉਹ ਵੀ ਹਟ ਜਾਣੇ ਆ, ਕਿਉਂਕਿ ਉਹਨਾਂ ਸੋਚਣਾ ਹੈ ਵੀ ਪ੍ਰਿਥੀ ਚੰਦ ਅਖੇ ਕੋਈ ਗੁਰੂ ਨਹੀਂ ਹੈ, ਕਿਉਂਕਿ ਇਹਦਾ ਬਣਾਇਆ ਸਰੋਵਰ ਵਸਿਆ ਹੀ ਨਹੀਂ। ਇਹਦੇ ਸਰੋਵਰ ਦੇ ਕੰਢੇ ਜਾਂ ਆਸੇ ਪਾਸੇ ਕੋਈ ਘਰ ਨਹੀਂ ਵਸੇ। ਅੰਮ੍ਰਿਤਸਰ ਸਾਹਿਬ ਵਾਂਗੂ ਸੰਘਣੀ ਵਸੋ ਨਹੀਂ ਹੋਈ। ਕੋਈ ਇੱਥੇ ਮੱਥਾ ਟੇਕਣ ਨਹੀਂ ਆਉਂਦਾ, ਕੋਈ ਪੂਜਣ ਨਹੀਂ ਆਉਂਦਾ, ਕੋਈ ਇੱਥੇ ਮਾਨਤਾ ਨਹੀਂ ਪੂਰੀ ਹੁੰਦੀ, ਮਨਤਾ। ਇਸ ਤਰ੍ਹਾਂ ਸਾਰੇ ਸੋਚ ਕੇ ਸਮਝਣਗੇ ਵੀ ਪ੍ਰਿਥੀ ਚੰਦ ਸੱਚੀ ਝੂਠਾ ਹੈ, ਕੋਈ ਅਸਲੀ ਗੁਰੂ ਨਹੀਂ ਹੈ। ਮੇਲਾ ਲੱਗਿਓ ਨਾ ਪੁਰਬ ਕੋ। ਕਿਉਂਕਿ ਮੈਂ ਮੇਲਾ ਕੋ ਪੁਰਬ ਮਨਾਉਣਾ ਤੇ ਕੋਈ ਆਉਂਦਾ ਨਹੀਂ, ਨਾ ਵਿਸਾਖੀ ਤੇ ਆਉਂਦਾ ਕੋਈ, ਨਾ ਮਾਘੀ ਆਪਣਾ ਜਿਹੜੀ ਵੈ ਦੀਵਾਲੀ ਉਹਦੇ ਤੇ ਆਉਂਦਾ, ਨਾ ਕੋਈ ਸੰਗਰਾਂਦ ਤੇ ਆਉਂਦਾ, ਨਾ ਪੁੰਨਿਆ ਨਾ ਮੱਸਿਆ ਇੱਥੇ ਲੱਗਦੀ ਹੈ। ਕੋਈ ਪੁਰਬ ਨਹੀਂ ਮੇਰਾ ਬਣਿਆ ਹੈ, ਫਲੀ ਭੂਤ ਹੋਇਆ ਲੱਗਿਆ। ਨਰ ਬ੍ਰਿੰਦ ਨਾ ਆਵੈ। ਤੇ ਨਾ ਕੋਈ ਬਹੁਤੀ ਸਿੱਖ ਸੰਗਤ, ਕੋਈ ਟਾਵਾਂ ਟਾਵਾਂ ਇੱਥੇ ਆਉਂਦਾ, ਭੁੱਲਿਆ ਭਟਕਿਆ ਕੋਈ ਬਹੁਤਾ ਇੱਥੇ ਆਉਂਦਾ ਨਹੀਂ ਹੈ। ਮਹਿਮਾ ਨਹਿ ਬਿਸਤ੍ਰਿਤ ਭਈ। ਇਸ ਸਥਾਨ ਦੀ ਮਹਿਮਾ ਵਿਸਤ੍ਰਿਤ ਨਹੀਂ ਹੋਈ, ਭਾਵ ਫਲੀ ਭੂਤ ਨਹੀਂ ਹੋਈ, ਸਭ ਪਾਸੇ ਫੈਲੀ ਨਹੀਂ ਹੈ। ਨਹਿ ਸ਼ਰਧਾ ਲਿਆਵੈ। ਤੇ ਜਿਸ ਕਰਕੇ ਕੋਈ ਵੀ ਇਸ ਸਥਾਨ ਤੇ ਸ਼ਰਧਾ ਨਹੀਂ ਰੱਖਦਾ, ਕਿਸੇ ਦੇ ਮਨ ਵਿੱਚ ਸ਼ਰਧਾ ਨਹੀਂ ਆਈ ਹੈ। ਵੱਡ ਉਦਾਰਤਾ ਮੈਂ ਕਰੀ। ਤੇ ਝੁਰਦਾ ਫਿਰ ਕਹਿੰਦਾ ਮੈਂ ਤਾਂ ਬੜਾ ਵੱਡੀ ਉਦਾਰਤਾ ਕੀਤੀ, ਬੜਾ ਵੱਡਾ ਮੈਂ ਖੁੱਲਾ ਹੱਥ ਵਰਤਿਆ ਸੀ ਬਣਾਉਣ ਲੱਗਿਆ। ਖਰਚਿਓ ਧਨ ਭਾਰੀ। ਤੇ ਜਿੰਨੀ ਮਾਇਆ ਸੀ ਮੇਰੇ ਕੋਲ ਸਾਰੀ ਦੀ ਸਾਰੀ ਮੈਂ ਇਸੇ ਸਥਾਨ ਤੇ ਖਰਚ ਦਿੱਤੀ ਹੈ। ਅਲਪ ਦਿਨ ਨ ਮਹਿ ਬ੍ਰਿੰਦ ਨਰ। ਥੋੜੇ ਜੇ ਦਿਨਾਂ ਦੇ ਵਿੱਚ ਹੀ ਮੈਂ ਬੜੇ ਮਜ਼ਦੂਰ ਲਾ ਲਾ ਕੇ, ਦਿਹਾੜੀਦਾਰ ਪੈਸਾ ਵਰਤ ਕੇ ਲਗ ਲੀਨ ਸਤਿਆਰੀ। ਤੇ ਇਹ ਤਿਆਰੀ ਕਰਵਾ ਦਿੱਤੀ। ਭਾਵ ਮੈਂ ਥੋੜੇ ਜੇ ਸਮੇਂ ਵਿੱਚ ਬਹੁਤਾ ਪੈਸਾ ਖਰਚ ਕੇ ਤੇ ਮਜ਼ਦੂਰ ਦਿਹਾੜੀਦਾਰ ਰਾਜ ਮਿਸਤਰੀ ਵੱਡੀ ਗਿਣਤੀ ਵਿੱਚ ਲਾ ਕੇ ਐਡਾ ਵੱਡਾ ਮਸਾਂ ਮੈਂ ਸਥਾਨ ਤਿਆਰ ਕੀਤਾ ਹੈ ਸੀ। ਸੁੰਦਰ ਬਨਿਓ ਤੜਾਗ ਵੱਡ। ਵੱਡਾ ਤਲਾਬ ਬੜਾ ਸੋਹਣਾ ਬਣ ਚੁੱਕਾ ਹੈ ਹੁਣ। ਨਹਿ ਕੀਮਤ ਜਾਨੀ। ਤੇ ਕਹਿੰਦਾ ਇਸ ਇਲਾਕੇ ਦੇ ਆਖੇ ਮੂਰਖ ਲੋਕਾਂ ਨੇ ਦੀ ਕੀਮਤ ਨਹੀਂ ਜਾਣੀ। ਥਾਂ ਤਾਂ ਕਹਿੰਦਾ ਹਰਿਮੰਦਰ ਸਾਹਿਬ ਤੋਂ ਵੀ ਮੈਂ ਵੱਡਾ ਬਣਾ ਕੇ ਦਿੱਤਾ ਇੱਧਰ ਲਾਹੌਰ ਦੇ ਇਲਾਕੇ ਦੇ ਲੋਕਾਂ ਨੂੰ, ਪਰ ਲਾਹੌਰੀਏ ਜਾਂ ਲਾਹੌਰ ਇਲਾਕੇ ਦੀ ਸੰਗਤ ਨੇ
ਇਹ ਐਡੇ ਵੱਡੇ ਸਥਾਨ ਦੀ ਕੋਈ ਕੌਡੀ ਵੀ ਕੀਮਤ ਨਹੀਂ ਜਾਣੀ ਹੈ। ਜਾ ਤੇ ਸੰਗਤ ਆਏ ਨ ਇਸ ਹੈ, ਕਰਕੇ ਇੱਥੇ ਕੋਈ ਸੰਗਤ ਨਹੀਂ ਆਉਂਦੀ ਹੈ, ਨਹਿ ਸ਼ਰਧਾ ਠਾਨੀ। ਨਾ ਹੀ ਇਸ ਸਥਾਨ ਤੇ ਕਿਸੇ ਨੇ ਸ਼ਰਧਾ ਰੱਖੀ ਹੈ। ਦਰਬ ਲਗਾਇਆ ਜਿਤਕ ਮੈਂ, ਜਿੰਨਾ ਕਿ ਮੇਰੇ ਕੋਲ ਧਨ ਸੀ, ਮਾਇਆ ਸੀ, ਉਹ ਸਾਰੀ ਦੀ ਸਾਰੀ ਮੈਸੇ ਤੇ ਥੱਪ ਦਿੱਤੀ ਵਾ। ਲਗ ਜਾ ਮੈਂ ਪੂਜਾ, ਤੇ ਲੱਖੋਂ ਲੱਗ ਜਾ ਮੈਂ, ਜਿਸ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਮੇਰਾ ਧਨ ਲੱਗ ਚੁੱਕਾ ਹੈ, ਪੂਜਾ ਮਹਿ ਨਹਿ ਤਿਤਕ ਹੋਏ। ਤੇ ਪੂਜਾ ਨਹੀਂ ਹੋਈ। ਜਿੰਨਾ ਮੈਂ ਧਨ ਲਾਇਆ ਨਾ, ਓਨੀ ਜੇ ਪੂਜਾ ਭਾਵ ਪੂਜਾ ਦਾ ਧਨ ਮੈਂ ਇਕੱਠਾ ਕਰਨਾ ਹੋਵੇ, ਪ੍ਰਿਥੀ ਚੰਦ ਵਿਚਾਰਦਾ ਹੈ ਵੀ ਜਿੰਨਾ ਧਨ ਮੈਂ ਇਸ ਸਥਾਨ ਨੂੰ ਬਣਾਉਣ ਤੇ ਲਾ ਦਿੱਤਾ ਹੈ, ਜੇ ਓਨੀ ਮਾਇਆ ਮੈਂ ਇਕੱਠੀ ਕਰਨੀ ਹੋਵੇ, ਹੁਣ ਮਨ 'ਚ ਖਿਆਲ ਆ ਹੀ ਗਿਆ ਨਾ ਵੀ ਮੈਂ ਬਣਾਇਆ ਹੀ ਮਾਇਆ ਇਕੱਠੀ ਕਰਨ ਵਾਸਤੇ, ਵੀ ਜਿੰਨੀ ਮਾਇਆ ਮੈਂ ਲਾਵਾਂਗਾ ਤੇ ਸੰਗਤ ਆ ਗਈ ਤੇ ਉਦੋਂ ਕਈ ਗੁਣਾ ਵੱਧ ਮੈਂ ਇਕੱਠੇ ਕਰਾਂਗਾ। ਤੇ ਵਿਚਾਰਦਾ ਵੀ ਮਣਾ ਜਿੰਨੀ ਮਾਇਆ ਮੈਂ ਇਹਦੇ ਤੇ ਲਾ ਦਿੱਤੀ ਹੁਣ ਤੀਕਰ, ਜੇ ਇੰਨਾ ਪੂਜਾ ਦਾ ਧਨ ਮੈਂ ਫਿਰ ਇਕੱਠਾ ਕਰਨਾ ਹੋਵੇ 20 ਬਰਸਾ ਮੈਂ, ਤੇ 20 ਸਾਲ ਵਿੱਚ ਵੀ ਨਹੀਂ ਪੂਰਾ ਹੋਣਾ। ਭਾਵ ਜਿੰਨਾ ਮੈਂ ਧਨ ਲਾ ਦਿੱਤਾ ਨਾ, ਉਹ ਇਥੋਂ ਇਕੱਠਾ ਕਰਨਾ ਹੋਵੇ ਸਥਾਨ ਤੋਂ, ਤੇ 20 ਸਾਲਾਂ ਵਿੱਚ ਵੀ ਪੂਰਾ ਨਹੀਂ ਹੋਣਾ। ਕਿਉਂਕਿ ਮੈਂ ਧਨ ਜਿੰਨਾ ਖਰਚਿਆ, ਇੱਥੇ ਕੋਈ ਆਊ ਤੇ ਮਾਇਆ ਆਊ ਨਾ, ਸੰਗਤ ਨਹੀਂ ਭੇਟਾ ਲੈ ਕੇ ਆਉਣੀ ਹੈ। ਸਥਾਨ ਮੈਂ ਵੱਡਾ ਬਣਾ ਦਿੱਤਾ ਪੈਸਾ ਲਾ ਕੇ, ਪਰ ਹੁਣ ਇਹ ਮਾਇਆ ਓਨੀ ਇਕੱਠੀ ਕਰਨੀ ਹੋਵੇ, ਇਹ 20 ਵਰੇ ਮੈਨੂੰ ਲੱਗ ਜਾਣ ਤਾਂ ਵੀ ਪੂਰੀ ਨਹੀਂ ਹੋਵੇਗੀ। ਇਮ ਪ੍ਰਿਥਿਆ ਨਿਤ ਪ੍ਰਤ ਚਿਤ ਹੈ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ ਪ੍ਰਿਥੀ ਚੰਦ ਰੋਜ਼ ਹੀ ਮਨ ਵਿੱਚ ਬੜੀ ਚਿਤਵਨੀ ਕਰਦਾ, ਚਿੱਤ ਵਿੱਚ ਸੋਚਦਾ ਵਿਚਾਰਦਾ ਰਹਿੰਦਾ। ਚਿੰਤਾ ਚਿਤ ਮਾਹੀ, ਤੇ ਪੈਸਾ ਲੱਗਣ ਕਰਕੇ ਬਹੁਤ ਕੰਗਾਲ ਨੰਗ ਮਲੰਗ ਹੋ ਗਿਆ, ਜਿਸ ਕਰਕੇ ਇਹਦੇ ਮਨ ਵਿੱਚ ਚਿੰਤਾ ਲੱਗੀ ਰਹਿੰਦੀ ਹੈ, ਸਦਾ ਹੀ ਚਿਤਵਨੀ ਦੇ ਵਿੱਚ ਫਸਿਆ ਰਹਿੰਦਾ ਹੈ। ਕੀਰਤ ਸੁਨਹਿ ਸ਼ਰੀਕ ਕੀ, ਇੱਕ ਤਾਂ ਉਧਰੋਂ ਸਥਾਨ ਨਹੀਂ ਆਬਾਦ ਹੋਇਆ, ਪੈਸਾ ਲਾ ਲਿਆ ਸਾਰਾ, ਕੋਈ ਆ ਨਹੀਂ ਰਿਹਾ, ਤੇ ਉਲਟਾ ਫਿਰ ਕੁਝ ਸਿੱਖ ਜਿਹੜਾ ਵੀ ਉਹ ਆਉਂਦਾ ਇਹਦੇ ਕੋਲ ਕੋਈ ਦਰਸ਼ਨ ਮੇਲੇ ਕਰਨ, ਉਹ ਆ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਸੁਣਾਉਣ ਲੱਗ ਜਾਂਦਾ। ਇੱਕ ਤਾਂ ਆਪਦੇ ਇਸ ਗੱਲੋਂ ਦੁਖੀ ਆ ਵੀ ਇੱਥੇ ਆਪਦਾ ਸਥਾਨ ਨਹੀਂ ਬਹਾਲ ਹੋਇਆ, ਆਬਾਦ ਹੋਇਆ, ਤੇ ਦੂਜਾ ਜਿਹੜੇ ਆਉਂਦੇ ਆ ਉਹ ਸ਼ਰੀਕ ਦੀ ਸੋਭਾ ਗਾ ਗਾ ਕੇ ਤੇ ਪ੍ਰਿਥੀ ਚੰਦ ਨੂੰ ਦੁਖੀ ਕਰਦੇ ਆ। ਨਿਸ ਦਿਨ ਸੁਖ ਨਾਹੀ, ਤੇ ਇਹ ਪ੍ਰਿਥੀ ਚੰਦ ਵਿਚਾਰੇ ਨੂੰ ਦਿਨ ਰਾਤ ਕਿਤੇ ਸੁੱਖ ਨਹੀਂ ਮਿਲਦਾ। ਦਿਨੇ ਉਹ ਰਾਤ ਨੂੰ ਚਿੰਤਾ ਸਤਾਉਂਦੀ ਹੈ ਵੀ ਮੇਰਾ ਸਥਾਨ ਨਹੀਂ ਬਹਾਲ ਹੋਇਆ, ਆਬਾਦ ਨਹੀਂ ਹੋਇਆ, ਕੋਈ ਸੰਗਤ ਨਹੀਂ ਆਉਂਦੀ। ਰਾਤ ਨੂੰ ਇਹ ਚਿੰਤਾ ਖਾਂਦੀ ਹੈ, ਤੇ ਦਿਨੇ ਜਦੋਂ ਕੋਈ ਆ ਜਾਂਦਾ ਹੈ, ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਗਾਉਣ ਲੱਗ ਜਾਂਦਾ, ਇਹ ਫੇਰ ਦੁਖੀ ਹੋ ਜਾਂਦਾ। ਦਿਨ ਰਾਤ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਨੂੰ ਰੱਤੀ ਮਾਤਰ ਵੀ ਸੁੱਖ ਨਹੀਂ ਮਿਲਿਆ। ਸੁਲਹੀ ਸੋ ਕਬ ਕਬ ਮਿਲੈ, ਤੇ ਕਦੇ ਕਦੇ ਸੁਲਹੀ ਆ ਜਾਂਦਾ ਇਹਦੇ ਕੋਲ, ਜਾਂ ਇਹ ਚਲਾ ਜਾਂਦਾ, ਕਿਉਂਕਿ ਸੁਲਹੀ ਉਸ ਪਾਸੇ ਸੀ ਨਾ, ਲਾਹੌਰ ਵਾਲੇ ਇਲਾਕੇ ਵਿੱਚ ਉਹ ਮਾਮਲਾ ਉਗਰਾ ਰਿਹਾ ਸੀ ਕੁਝ ਸਾਲ, ਕੁਝ ਦਿਨ, ਵਰੇ, ਮਹੀਨੇ। ਕਦੇ ਕਦੇ ਸੁਲਹੀ ਇਹਦੇ ਕੋਲ ਆ ਜਾਂਦਾ, ਮਿਲ ਪੈਂਦੇ ਦੋਵੇਂ। ਦੁਖ ਕਹਿਤ ਸੁਣਾਵੈ, ਆਪਦਾ ਦੁੱਖ ਜਿਹੜਾ ਉਹ ਸੁਲਹੀ ਨੂੰ ਕਹਿ ਕਹਿ ਕੇ ਵਿਚਾਰਾ ਸੁਣਾਉਂਦਾ ਹੈ। ਜਬ ਦਿੱਲੀ ਪੁਰ ਚੱਲਾਗੇ, ਕਹਿੰਦਾ ਹੈ ਸੁਲਹੀ, ਗੱਲ ਇਹ ਹੈ ਵੀ ਹੁਣ ਤਾਂ ਗੱਲ ਬਣੀ ਨਹੀਂ, ਜਿਹੜਾ ਕਾਰਜ ਆਪਾਂ ਆਰੰਭਿਆ ਸੀ ਇਹ ਤਾਂ ਜਦੋਂ ਕਿਤੇ ਹੁਣ ਤੁਸੀਂ ਦਿੱਲੀ ਜਾਓਗੇ ਬਾਦਸ਼ਾਹ ਨੂੰ ਮਿਲਣ ਵਾਸਤੇ, ਕਾਰਜ ਬਨ ਜਾਵੈ। ਮੇਰਾ ਅਸਲੀ ਕਾਰਜ ਤਾਂ ਉਦੋਂ ਬਣਨਾ, ਹੁਣ ਵਾਲਾ ਤਾਂ ਤੀਰ ਖਾਲੀ ਲੰਘ ਗਿਆ ਹੈ। ਜਾਵਤ ਗਾਦੀ ਗੁਰੂ ਕੀ, ਕਿਉਂਕਿ ਜਿੰਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਅਸਲੀ ਗੁਰਿਆਈ ਹੈ, ਗੁਰਤਾ ਤਖਤ ਜਿਹੜਾ ਮੇਰੇ ਭਰਾ ਅਰਜੁਨ ਦੇਵ ਕੋਲ ਹੈ, ਜਿੰਨਾ ਸਮਾਂ ਉਹ ਗੁਰਿਆਈ ਸ਼੍ਰੀ ਅਰਜਨ ਪਾਹੀ, ਗੁਰੂ ਅਰਜਨ ਦੇਵ ਮੇਰੇ ਭਰਾ ਦੇ ਪਾਸ ਹੈ, ਤਾਵਤ ਮਮ ਕੀਰਤ ਕਹਾਂ। ਉਹਨਾਂ ਚਿਰ ਮੇਰੀ ਸੋਭਾ ਨਹੀਂ ਹੋਣੀ, ਨਾ ਹੀ ਉਹਨਾਂ ਚਿਰ ਮੈਨੂੰ ਕਿਸੇ ਨੇ ਗੁਰੂ ਮੰਨਣਾ ਹੈ, ਪੂਜਾ ਹੋਏ ਨਾਹੀ, ਤੇ ਨਾ ਹੀ ਮੇਰੀ ਕਿਸੇ ਤਰ੍ਹਾਂ ਦੀ ਪੂਜਾ ਹੋਣੀ ਹੈ। ਜਿੰਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੰਘਾਸਣ ਤੇ ਮੇਰਾ ਭਰਾ ਅਰਜਨ ਦੇਵ ਬੈਠਾ, ਹੇ ਮੇਰੇ ਮਿੱਤਰ ਸੁਲਹੀ, ਉਹਨਾਂ ਸਮਾਂ ਨਾ ਮੇਰੀ ਪੂਜਾ ਹੋਣੀ ਹੈ, ਨਾ ਮੈਨੂੰ ਕਿਸੇ ਨੇ ਗੁਰੂ ਮੰਨਣਾ, ਨਾ ਮੇਰੀ ਸੋਭਾ ਹੋਵੇਗੀ। ਅਜਮਤ ਹੋਏ ਨਾ ਮੋਹਿ ਮਹਿ, ਕਿਉਂਕਿ ਗੱਦੀ ਤੋਂ ਬਿਨਾ ਮੇਰੇ ਵਿੱਚ ਅਜਮਤ ਨਹੀਂ ਹੋਣੀ। ਗੱਦੀ ਮਿਲੂਗੀ, ਗੁਰਿਆਈ ਤਖਤ ਮਿਲੂ, ਤੇ ਉੱਥੇ ਬਹਿ ਕੇ ਮੇਰੇ ਵਿੱਚ ਵੀ ਸ਼ਕਤੀ ਆ। ਇਹਨੂੰ ਐਂ ਲੱਗਦਾ ਹੈ
ਵੀ ਹੈ ਤਾਂ ਸੱਚ ਹੈ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦੇ ਤਖਤ 'ਚ ਹੀ ਸ਼ਕਤੀ ਹੈ, ਬਲ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਹੀ ਰੂਪ ਨੇ ਨਾ, ਤੇ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਪੰਜਵੇਂ ਥਾਂ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲ ਹੀ ਹੈ। ਤੇ ਪ੍ਰਿਥੀ ਚੰਦ ਸੋਚਦਾ ਹੈ ਵੀ ਖਰੇ ਗੁਰਿਆਈ ਮੈਨੂੰ ਮਿਲ ਜਾਵੇ ਤੇ ਮੇਰੇ ਵਿੱਚ ਫੇਰ ਕੋਈ ਸ਼ਕਤੀ ਆ ਜਾਵੇ, ਮੇਰਾ ਕਿਹਾ ਬਚਨ ਪੂਰਾ ਹੋਣ ਲੱਗ ਜਾਵੇਗਾ। ਕਹਿੰਦਾ ਸੁਲਹੀ, ਜਿੰਨਾ ਸਮਾਂ ਉਹ ਗੁਰਿਆਈ ਮੇਰੇ ਪਾਸ ਨਹੀਂ ਆਉਂਦੀ, ਗੁਰਤਾ ਤਖਤ ਤੇ ਮੈਂ ਨਹੀਂ ਬਹਿੰਦਾ, ਉਹਨਾਂ ਸਮਾਂ ਮੇਰੇ ਵਿੱਚ ਸ਼ਕਤੀ ਨਹੀਂ ਆਵੇਗੀ। ਨਹਿ ਸ਼ਰਧਾ ਧਾਰੈ। ਤੇ ਜੇ ਸ਼ਕਤੀ ਨਾ ਆਈ, ਕਿਸੇ ਦੀ ਅਰਦਾਸ ਨਾ ਪੂਰੀ ਹੋਈ, ਤੇ ਮੇਰੇ ਤੇ ਕਿਸੇ ਨੇ ਸ਼ਰਧਾ ਨਹੀਂ ਰੱਖਣੀ ਹੈ। ਨੀਂਦ ਆਉਂਦੀ ਆ। ਆਏ ਨ ਬੰਧਨ ਕਰਤ ਹੈ। ਤੇ ਨਾ ਮੈਨੂੰ ਕਿਸੇ ਨੇ ਆ ਕੇ ਬੰਧਨ ਕਰਨਾ ਹੈ, ਭਾਵ ਮੈਨੂੰ ਕਿਸੇ ਨੇ ਆ ਕੇ ਝੁਕਣਾ ਨਹੀਂ। ਕਿਉਂ? ਜੇ ਤਾਂ ਮੇਰੇ ਵਿੱਚ ਅਜ਼ਮਤ ਹੋਏਗੀ ਤੇ ਮੇਰੀ ਕਈ ਗੱਲ ਪੂਰੀ ਹੋਇਆ ਕਰੇਗੀ। ਜਦੋਂ ਪੂਰੀ ਹੋਵੇਗੀ ਸਿੱਖ ਸ਼ਰਧਾ ਰੱਖਣਗੇ, ਜੇ ਸ਼ਰਧਾ ਰੱਖਣਗੇ ਤੇ ਫਿਰ ਸੰਗਤਾਂ ਮੇਰੇ ਪਾਸ ਆਇਆ ਕਰਨਗੀਆਂ, ਆ ਕੇ ਮੈਨੂੰ ਨਮਸਕਾਰਾਂ ਕਰਨਗੀਆਂ। ਨਹਿ ਦੇ ਉਪਹਾਰੈ। ਤੇ ਜੇ ਮੇਰੇ ਵਿੱਚ ਸ਼ਕਤੀ ਨਾ ਹੋਈ ਤੇ ਨਾ ਮੇਰੇ ਤੇ ਸ਼ਰਧਾ ਰੱਖਣੀ, ਨਾ ਮੈਨੂੰ ਕਿਸੇ ਮੱਥਾ ਟੇਕਣਾ, ਤੇ ਨਾ ਹੀ ਕਿਸੇ ਨੇ ਦਵਾਨੀ ਦੇਣੀ ਹੈ, ਕਿਸੇ ਨੇ ਮਾਇਆ ਮੱਥਾ ਟੇਕਣੀ ਹੈ। ਤੋਹੇ ਕਰੇ ਤੇ ਮੋਹੇ ਕਹਾ। ਬਾਕੀ ਚਲੋ ਜਿਹੜਾ ਤੇਰੇ ਉਦਮ ਦੇ ਨਾਲ ਹੈ ਮੇਰੇ ਮਿੱਤਰ ਸੁਲਹੀ, ਵੱਡ ਵਧਾ ਹੈ ਪ੍ਰਤਾਪਾ। ਮੇਰਾ ਵੱਡਾ ਪ੍ਰਤਾਪ ਵਧੇਗਾ। ਤੇਰੇ ਹੇ ਮੇਰੇ ਮਿੱਤਰ, ਤੇਰੇ ਕੀਤੇ ਕਿਰਾਏ ਤੇ ਭਾਵ ਜਦੋਂ ਤੂੰ ਮੈਨੂੰ ਨਾਲ ਲੈ ਕੇ ਦਿੱਲੀ ਜਾਵੇਂਗਾ, ਬਾਦਸ਼ਾਹ ਜਹਾਂਗੀਰ ਮੇਰੇ ਭਰਾ ਅਰਜਨ ਨੂੰ ਕੈਦ ਵਿੱਚ ਪਾਵੇਗਾ ਪਰਿਵਾਰ ਦੇ ਸਮੇਤ, ਤੇਰੇ ਉਦਮ ਦੇ ਨਾਲ ਹੀ ਮੇਰਾ ਪ੍ਰਤਾਪ ਵਧੇਗਾ, ਭਾਵ ਤੂੰ ਹੀ ਮੇਰਾ ਪ੍ਰਤਾਪ ਵਧਾ ਸਕਦਾ ਹੈ। ਸਿੱਖ ਸੰਗਤ ਸਭ ਆਏ ਹੈ। ਉਦੋਂ ਫਿਰ ਜਦੋਂ ਭਰਾ ਮੇਰੇ ਕੈਦ ਵਿੱਚ ਹੋਣਗੇ ਅਰਜੁਨ ਦੇਵ, ਉਦੋਂ ਤਖਤ ਮੈਂ ਲੈ ਲਵਾਂਗਾ ਖੋ ਕੇ, ਸਾਰੀ ਸੰਗਤ ਮੇਰੇ ਕੋਲ ਆਇਆ ਕਰੇਗੀ। ਕਰ ਹੈ ਮਮ ਜਾਪਾ। ਤੇ ਫਿਰ ਚਾਰ ਚਫੇਰੇ ਸਿੱਖਾਂ ਵਿੱਚ ਮੇਰਾ ਹੀ ਜਾਪ ਹੋਇਆ ਕਰੇਗਾ। ਸਭ ਆਖਿਆ ਕਰਨਗੇ ਧੰਨ ਧੰਨ ਅਖੇ ਸ੍ਰੀ ਗੁਰੂ ਪ੍ਰਿਥੀ ਚੰਦ ਜੀ, ਸਾਰੇ ਹੀ ਮੇਰੀ ਸੋਭਾ ਗਾਉਣਗੇ, ਸਭ ਪਾਸੇ ਮੇਰਾ ਪ੍ਰਤਾਪ ਵੱਧ ਜਾਵੇਗਾ ਤੇ ਮੇਰਾ ਹੀ ਜਾਪ ਹੋਇਆ ਕਰੇਗਾ। ਜਬ ਲਾ ਦਿੱਲੀ ਜਾਏ ਕੇ। ਜਦੋਂ ਤੱਕ ਦਿੱਲੀ ਜਾ ਕਰਕੇ ਬਾਦਸ਼ਾਹ ਕੋਲ ਗਹਿ ਲੇਤ ਨ ਤਾਹੀ। ਆਪਾਂ ਫਰਿਆਦ ਨਹੀਂ ਕਰਦੇ, ਮੇਰਾ ਕੰਮ ਪੂਰਾ ਨਹੀਂ ਹੁੰਦਾ, ਜਿੰਨਾ ਸਮਾਂ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਪਾਤਸ਼ਾਹ ਮੇਰੇ ਭਰਾ ਤਾਂ ਅਰਜਨ ਦੇਵ ਨੂੰ ਪਕੜ ਨਹੀਂ ਲੈਂਦਾ, ਤਬ ਲਾ ਮੇਰੋ ਸੁਖ ਕਹਾਂ। ਉਹਨਾਂ ਸਮਾਂ ਸੁਲਹੀ ਮੇਰੇ ਕਰਮਾਂ ਦੇ ਵਿੱਚ ਸੁਖ ਨਹੀਂ ਹੈ, ਮੈਂ ਜਾਣਦਾ, ਉਹਨਾਂ ਸਮਾਂ ਮੈਨੂੰ ਸੁਖ ਨਹੀਂ ਮਿਲੇਗਾ। ਚਿੰਤਾ ਦੁਖ ਮਾਹੀ। ਤੇ ਮੇਰੀ ਸਦਾ ਜਿਹੜੀ ਜ਼ਿੰਦਗੀ ਹੈ ਸਮਾਂ ਉਹ ਚਿੰਤਾ ਦੇ ਵਿੱਚ ਬਤੀਤ ਹੋਵੇਗਾ। ਤੁਝ ਪ੍ਰਤਾਪ ਤੇ ਬਨ ਗਇਓ। ਬਾਕੀ ਜਿਹੜਾ ਤੇਰਾ ਪ੍ਰਤਾਪ ਹੀ ਹੈ ਸੁਲਹੀ, ਹੇ ਮੇਰੇ ਮਿੱਤਰ, ਉਸੇ ਕਰਕੇ ਹੀ ਆ ਬਣਿਆ ਜੋ ਇਹ ਸੁੰਦਰ ਤਾਲਾ। ਸਰੋਵਰ, ਇਹ ਸਰੋਵਰ ਬਣ ਗਿਆ। ਹੇ ਮੇਰੇ ਸੁਲਹੀ ਮਿੱਤਰ, ਇਹ ਤੇਰੇ ਪ੍ਰਤਾਪ ਕਰਕੇ ਏਡਾ ਵੱਡਾ ਸਥਾਨ ਜਿਹੜਾ ਬਣ ਚੁੱਕਾ ਹੈ, ਸਰੋਵਰ ਸੋਹਣਾ ਬਣਿਆ ਹੈ। ਸਭ ਜਗ ਮਹਿ ਪਸਰਿਓ ਮਹਾ। ਤੇ ਫਿਰ ਹੁਣ ਸੁਲਹੀ ਨੂੰ ਦੂਜੀਆਂ ਤੀਜੀਆਂ ਝੂਠ ਗੱਪ ਗਪੌੜ ਫਿਰ ਮਾਰਦਾ, ਕਹਿੰਦਾ ਆ ਤੇਰੇ ਪ੍ਰਤਾਪ ਕਰਕੇ ਵੇਖ ਸੁਲਹੀ ਕਿੱਡਾ ਵੱਡਾ ਸਰੋਵਰ ਬਣ ਚੁੱਕਾ ਤੇ ਸਭ ਜਗ ਮਹਿ ਪਸਰਿਓ ਮਹਾ। ਤੇ ਇਹ ਸਰੋਵਰ ਦੀ ਜਿਹੜੀ ਕੀਰਤੀ ਸੋਭਾ ਹੈ ਨਾ, ਆਖੇ ਉਹ ਸਾਰੇ ਸੰਸਾਰ ਵਿੱਚ ਬੜੀ ਪਸਰ ਰਹੀ ਹੈ, ਫੈਲ ਰਹੀ ਹੈ। ਤੋਬ ਸੋ ਜਸ ਵਿਸ਼ਾਲਾ। ਤੇ ਤੇਰਾ ਬੜਾ ਜਸ ਗਾਉਂਦੀ ਹੈ, ਸਭ ਚਾਰ ਚਫੇਰਿਓਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜਿਹੜੀ ਉਹ ਤੇਰਾ ਹੀ ਜਸ ਗਾ ਰਹੀ ਹੈ। ਦੂਰ ਦੂਰ ਕੀ ਸੰਗਤਾਂ। ਆਂਦਾ ਜਦੋਂ ਆਖੇ ਮੇਰੇ ਕੋਲ ਦੂਰੋਂ ਦੂਰੋਂ ਦੀਆਂ ਸੰਗਤਾਂ ਆਉਂਦੀਆਂ ਨਾ, ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਮੱਥਾ ਟੇਕਣ ਸੰਗਤ ਆਉਂਦੀ ਹੈ, ਉਹ ਤਾਂ ਤੇਰਾ ਹੀ ਨਾਂ ਲੈਂਦੀ ਆ। ਕਿ ਕਹਿੰਦੇ ਜੀ ਧੰਨ ਹੈ ਸੁਲਹੀ ਬਾਦਸ਼ਾਹ ਦਾ ਹਾਕਮ, ਜਿਹਨੇ ਖੁੱਲੀ ਮਾਇਆ ਖਰਚ ਕੇ ਤੇ ਏਡਾ ਵੱਡਾ ਤੀਰਥ ਬਣਾ ਦਿੱਤਾ, ਪੁੰਨ ਪ੍ਰਗਟ ਕਰ ਦਿੱਤੇ ਹੈ, ਕਲਯੁਗ ਦਾ ਮਹਾਨ ਸਥਾਨ ਬਣਾ ਦਿੱਤਾ। ਆਖੇ ਜਦੋਂ ਮੇਰੇ ਕੋਲ ਸੰਗਤਾਂ ਆਉਂਦੀਆਂ ਦੇਸ਼ਾਂ ਵਿਦੇਸ਼ਾਂ ਤੋਂ, ਸਭ ਪਾਸੇ ਤੇਰੀ ਸੋਭਾ ਹੁੰਦੀ ਹੈ। ਆ ਵਹਿੰਦਰ ਸੰਤੀ। ਹਾਂ, ਆ ਕੇ ਵੇਖਦੀਆਂ ਏਡਾ ਵੱਡਾ ਸਥਾਨ ਬਣਿਆ ਜਦੋਂ, ਕੀਰਤ ਤੋਹੇ ਉਚਾਰਤੀ। ਤੇ ਸਭ ਪਾਸੇ ਤੇਰੀ ਸੋਭਾ ਉਚਾਰੀ ਜਾਂਦੀ ਹੈ। ਆਸੀਸ ਦੇਵੰਤੀ। ਤੇ ਸਾਰੇ ਤੈਨੂੰ ਅਸੀਸਾਂ ਦਿੰਦੇ ਆ। ਭਾਵੇਂ ਸਾਧ ਸੰਗਤ ਜੀ ਉਹ ਪ੍ਰਸੰਗ ਆਪਦੇ ਆਪ ਤੇ ਲਾਗੂ ਕਰਦਾ ਨਾ, ਜਿਵੇਂ ਮੰਡੀ ਵਾਲੇ ਰਾਜੇ ਨੇ ਉਹਨਾਂ ਸਮਿਆਂ ਦਾ 1 ਲੱਖ ਰੁਪਈਆ ਸਾਧ ਸੰਗਤ ਜੀ ਦੇ ਕੇ
ਭਾਈ ਕਲਿਆਣਾ ਜੀ ਨੂੰ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਭੇਜਿਆ ਸੀ। ਉਦੋਂ ਤਲਾਬ ਬਣਿਆ ਸੀ ਜਿਹੜਾ ਅੰਮ੍ਰਿਤਸਰ ਸਾਹਿਬ ਦਾ, ਪਹਿਲਾਂ ਸੰਤੋਖਸਰ ਸਾਹਿਬ ਫਿਰ ਅੰਮ੍ਰਿਤਸਰ ਸਾਹਿਬ ਇਹ ਸਥਾਨ ਬਣੇ ਸਨ। ਉਹ ਮਾਇਆ ਉਸ ਤੋਂ ਬਾਅਦ ਚਲੋ ਸੰਗਤ ਨੇ ਵੀ ਮਾਇਆ ਤਾਂ ਬਣਾਇਆ ਤਾਂ ਸੰਗਤ ਨੇ ਹੈ, ਪਰ ਉਹ ਵੱਡੀ ਸੇਵਾ ਸੀ ਰਾਜੇ ਮੰਡੀ ਵਾਲੇ ਦੀ। ਤੇ ਇਹ ਜਿਹੜਾ ਹੈ ਪ੍ਰਿਥੀ ਚੰਦ, ਇਹ ਉਹ ਹੁਣ ਸੁਲਹੀ ਨੂੰ ਉਵੇਂ ਵਰਤਦਾ ਵੀ ਮੈਂ ਗੁਰੂ ਹਾਂ, ਤੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸ਼ਰਧਾ ਦੇ ਵਸ ਮੰਡੀ ਵਾਲਾ ਰਾਜਾ ਆਇਆ ਸੀ, ਤੂੰ ਮੇਰੇ ਪਾਸ ਆਇਆ। ਤੇ ਇਹ ਸਥਾਨ ਜਿਹੜਾ ਬਣਾਇਆ ਹੈ, ਸੰਗਤਾਂ ਦਰਸ਼ਨ ਕਰ ਕਰ ਤੈਨੂੰ ਬੜੀਆਂ ਅਸੀਸਾਂ ਦਿੰਦੀਆਂ ਹਨ। ਬਧਿਓ ਪੁੰਨ ਤੇਰੋ ਮਹਾ, ਤੇਰਾ ਪੁੰਨ ਬੜਾ ਵੱਧ ਗਿਆ, ਤੇਰੇ ਪੁੰਨ ਫਲ ਬਹੁਤ ਵੱਧ ਜਾਵੇਗਾ, ਹੁਣ ਵੀ ਵੱਧ ਰਿਹਾ ਹੈ। ਗੁਰ ਕੇ ਘਰ ਮਾਹੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ, ਭਾਵ ਮੈਂ ਪੰਜਵੀਂ ਥਾਂ ਤੇ ਇਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਤੋਂ, ਤੇ ਸਾਡੇ ਘਰ ਵਿੱਚ ਭਾਵ ਇਸ ਗੁਰੂ ਘਰ ਵਿੱਚ ਹੇ ਸੁਲਹੀ ਤੇਰਾ ਬੜਾ ਪੁੰਨ ਫਲ ਪੁੰਨ ਪ੍ਰਤਾਪ ਵੱਧ ਰਿਹਾ ਹੈ। ਹਲਤ ਪਲਤ ਸੁਧਰੇ ਦਊ, ਤੇ ਤੇਰਾ ਹਲਤ ਇਹ ਲੋਕ ਵੀ ਸੁਹੇਲਾ ਤੇ ਤੇਰਾ ਪਰਲੋਕ ਵੀ ਸੁਹੇਲਾ ਹੋ ਗਿਆ ਇਸ ਘਰ ਦੀ ਸੇਵਾ ਕਰਕੇ। ਇੱਥੇ ਵੀ ਸੁਖ ਮਾਣੇਗੇ, ਨਹੀਂ ਪਤਾ ਵੀ ਭੱਠੇ 'ਚ ਡਿੱਗ ਕੇ ਮਰੇਗਾ। ਕਹਿੰਦਾ ਸੁਲਹੀ ਨੂੰ ਪ੍ਰਿਥੀ ਚੰਦ ਵੀ ਤੇਰਾ ਲੋਕ ਵੀ ਸੁਹੇਲਾ ਆ ਵੀ, ਤੇ ਅਗਾਂਹ ਪਰਲੋਕ ਵੀ ਮੈਂ ਤੇਰਾ ਸਫਲਾ ਕਰ ਦਿੱਤਾ ਹੈ। ਜਮ ਕੋ ਦੁਖ ਨਾਹੀ, ਤੇ ਤੈਨੂੰ ਜਮਾਂ ਦਾ ਦੁੱਖ ਨਹੀਂ ਕਦੇ ਵੇਖਣਾ ਪਵੇਗਾ। ਤੁਵ ਸਮਾਨ ਤੁਰਕਣ ਬਿਖੈ, ਤੇਰੇ ਵਰਗਾ ਵੱਡਾ ਉਦਾਰ ਚਿੱਤ ਸਖੀ ਦਾਤਾ ਦਾਨੀ ਸਾਰੇ ਤੁਰਕਾਂ ਦੇ ਵਿੱਚ ਦੇਖੀਤ ਨਹਿ ਕੋਈ, ਕੋਈ ਹੋਰ ਨਹੀਂ ਦਿਸਦਾ ਤੇਰੇ ਵਰਗਾ ਸੇਵਾ ਭਾਵਨਾ ਸ਼ਰਧਾ ਵਾਲਾ ਮਨੁੱਖ ਸਾਰੇ ਤੁਰਕ ਤਰਬਕੇ ਵਿੱਚ ਹੋਰ ਦਿਸਦਾ ਨਹੀਂ ਕੋਈ। ਧੰਨ ਮਾਤ ਪਿਤ ਜਨਿਓ ਜਿਨ, ਧੰਨ ਹੈ ਤੇਰੀ ਮਾਤਾ, ਧੰਨ ਤੇਰਾ ਪਿਤਾ ਜਿਹਨੇ ਤੈਨੂੰ ਪੈਦਾ ਕੀਤਾ ਜੰਮਿਆ ਹੈ। ਉਧਰੇ ਸੇ ਦੋਈ, ਤੈਨੂੰ ਜੰਮ ਕੇ ਉਹ ਵੀ ਦੋਵੇਂ ਉਧਰ ਗਏ ਆ, ਤੂੰ ਆਪ ਵੀ ਤਰ ਗਿਆ ਸੇਵਾ ਕਰਕੇ। ਧੰਨ ਤੇਰੀ ਮਾਂ, ਧੰਨ ਤੇਰੇ ਪਿਤਾ, ਉਹਨਾਂ ਦੋਵਾਂ ਦਾ ਕਲਿਆਣ ਤੂੰ ਕਰ ਦਿੱਤਾ ਹੈ। ਨਿਜ ਤਾਰੀਫ ਸੁਲਹੀ ਸੁਨੀ, ਇਧਰ ਸੁਲਹੀ ਨੇ ਜਦੋਂ ਆਪਦੀਆਂ ਤਾਰੀਫਾਂ ਸੁਣੀਆਂ ਪ੍ਰਿਥੀ ਚੰਦ ਦੇ ਪਾਸੋਂ, ਫੂਲਤ ਚਿਤ ਮਾਹੀ, ਕਵੀ ਜੀ ਕਹਿੰਦੇ ਫੁੱਲ ਗਿਆ ਚਿੱਤ ਦੇ ਵਿੱਚ, ਬਹੁਤ ਖੁਸ਼ ਹੁੰਦਾ, ਕਿਉਂਕਿ ਵਡਿਆਈ ਕਿਹਨੂੰ ਨਹੀਂ ਚੰਗੀ ਲੱਗਦੀ, ਨਿੰਦਾ ਇਹੀ ਦੁੱਖ ਦਿੰਦੀ ਹੈ ਨਾ, ਵਡਿਆਈ ਤਾਂ ਸਾਰਿਆਂ ਨੂੰ ਚੰਗੀ ਲੱਗਦੀ ਹੈ। ਤੇ ਇਹ ਜਿਹੜਾ ਸੁਲਹੀ ਪ੍ਰਿਥੀ ਚੰਦ ਤੂੰ ਆਪਦੀ ਸੋਭਾ ਸੁਣ ਕੇ ਤੇ ਬੜਾ ਫੁੱਲਿਆ ਹੈ। ਕਹਿਣ ਲੱਗਿਓ ਮੈਂ ਕਰਾਂਗੋ, ਤੇ ਕਹਿੰਦਾ ਪ੍ਰਿਥੀ ਚੰਦ ਨੂੰ, ਹਾਂ ਪ੍ਰਿਥੀ ਚੰਦ ਮੇਰੇ ਹੇ ਗੁਰੂ ਪ੍ਰਿਥੀ ਚੰਦ ਜੀ ਮੈਂ ਜ਼ਰੂਰ ਤੁਹਾਡਾ ਕੰਮ ਕਰਾਂਗਾ। ਦਿੱਲੀ ਜਬ ਜਾਹੀ, ਜਦੋਂ ਦਿੱਲੀ ਜਾਵਾਂਗਾ ਤੇ ਮੈਂ ਅਰਜਨ ਦੇਵ ਦੇ ਬਦ ਖਿਲਾਫ ਜਾਂ ਜਿਹੜੇ ਬਰ ਖਿਲਾਫ ਉਹ ਦਰਖਵਾਸਤ ਤੇਰੇ ਹੱਕ ਵਿੱਚ ਕਰ ਦੇਵਾਂਗਾ। ਕੇਤਕ ਦਿਨ ਮਹਿ ਚੱਲਾਂਗੇ, ਕੋਈ ਨਹੀਂ ਤੂੰ ਇੱਥੇ ਠਹਿਰ, ਇੱਥੇ ਆਪਦੇ ਸਥਾਨ ਤੇ ਥੋੜਾ ਮੇਰਾ ਕੰਮ ਰਹਿ ਗਿਆ ਇਧਰ ਪੰਜਾਬ ਦੇਸ਼ ਵਿੱਚ, ਤੇ ਕੁਝ ਕੁ ਦਿਨਾਂ ਬਾਅਦ ਆਪਾਂ ਜਾਵਾਂਗੇ। ਮਿਲ ਕਰ ਟਿਗ ਸ਼ਾਹੂ, ਆਪਾਂ ਮਿਲਾਂਗੇ ਤੇ ਮਿਲ ਕੇ ਜਾ ਕੇ ਉਹ ਗੱਲਬਾਤ ਕਰਾਂਗੇ ਪਾਤਸ਼ਾਹ ਦੇ ਨਾਲ। ਖੋਲਹਿ ਸਗਰੀ ਬਾਰਤਾ, ਜਹਾਂਗੀਰ ਬਾਦਸ਼ਾਹ ਦੇ ਕੋਲ ਜਾ ਕੇ ਤੇਰਾ ਤੇ ਤੇਰੇ ਭਰਾਤਾ ਤੇਰੇ ਦੁਸ਼ਮਣ ਅਰਜਨ ਦੇਵ ਦਾ ਸਾਰਾ ਝਗੜਾ ਤੇਰੇ ਨਾਲ ਹੋਇਆ ਧੱਕਾ ਆਪਾਂ ਸਾਰਾ ਹੀ ਖੋਲ ਦੇਵਾਂਗੇ ਚੱਜ ਨਾਲ। ਬਿਦਤ ਹੈ ਸਭ ਕਾਹੂ, ਤੇ ਸਭ ਪੱਖ ਜਿਹੜੇ ਆ ਪ੍ਰਗਟ ਪ੍ਰਤੱਖ ਸਾਹਮਣੇ ਰੱਖ ਦੇਵਾਂਗੇ। ਗੁਰਤਾ ਤੁਝ ਕੋ ਦੇ ਹੈ, ਤੇ ਮੈਨੂੰ ਪਤਾ ਸਾਰੀ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਜਿਹੜੀ ਗੁਰਤਾ ਉਹ ਤੈਨੂੰ ਦੇ ਦੇਵੇਗਾ। ਬਾਹ ਕਰ ਵਡਿਆਈ, ਜਦੋਂ ਮੈਂ ਤੇਰੀ ਬਹੁਤ ਵਡਿਆਈ ਉਹਦੇ ਸਾਹਮਣੇ ਆਖਾਂਗਾ ਵੀ ਮਹਾਰਾਜ ਅਸਲੀ ਗੁਰੂ ਤਾਂ ਪ੍ਰਿਥੀ ਚੰਦ ਹੈ, ਅਰਜਨ ਦੇਵ ਤਾਂ ਝੂਠ ਬੋਲਦੇ ਆ, ਇਹਨਾਂ ਦਾ ਪ੍ਰਤਾਪ ਪੰਜਾਬ ਵਿੱਚ ਜਾਂ ਸਿੱਖਾਂ ਵਿੱਚ ਜ਼ਿਆਦਾ। ਇਹੋ ਜਿਹੇ ਜਦੋਂ ਮੈਂ ਝੂਠ ਬੋਲਾਂਗਾ ਤੇਰੀ ਸੋਭਾ ਕਰਾਂਗਾ ਨਾ, ਉਦੋਂ ਫਿਰ ਬਾਦਸ਼ਾਹ ਇਹ ਤਖਤ ਜਿਹੜਾ ਗੁਰਿਆਈ ਦਾ ਤੈਨੂੰ ਦਵਾ ਦੇਵੇਗਾ। ਸ਼੍ਰੀ ਅਰਜਨ ਕੋ ਲੇਹੇਗਾ, ਤੇ ਗੁਰੂ ਅਰਜਨ ਦੇਵ ਤੇਰੇ ਦੁਸ਼ਮਣ ਨੂੰ ਪਕੜ ਲਵੇਗਾ ਬਾਦਸ਼ਾਹ ਫੌਜ ਦੇ ਕੇ। ਨਹਿ ਸਕਹਿ ਛੁਰਾਈ, ਇਸ ਤਰ੍ਹਾਂ ਫਸਾਵਾਂਗੇ ਮੁੜ ਕੇ ਕੋਈ ਉਹਨਾਂ ਨੂੰ ਛੁਡਾ ਨਹੀਂ ਸਕੇਗਾ, ਸਾਰੀ ਉਮਰ ਕੈਦ ਵਿੱਚ ਹੀ ਰਹਿਣਗੇ। ਅਲਪ ਰਹਿਓ ਇਸ ਦੇਸ਼ ਕੋ, ਤੇ ਬਸ ਥੋੜਾ ਜਿਹਾ ਮੇਰਾ ਕੰਮ ਇਸ ਪੰਜਾਬ ਦੇਸ਼ ਵਿੱਚ ਬਾਕੀ ਹੈ। ਧਨ ਸੰਚੋ ਸਾਰੋ, ਬਾਕੀ ਸਾਰੇ ਪਾਸਿਓਂ ਮੈਂ ਮਾਮਲਾ ਉਗਰਾ ਲਿਆ। ਮਾਮਲਾ ਉਗਰਾਉਣ ਆਇਆ ਸੀ ਨਾ ਇੱਧਰ ਸੁਲਹੀ, ਕਹਿੰਦਾ ਪ੍ਰਿਥੀ ਚੰਦ ਮੈਂ ਸਾਰਾ ਮਾਮਲਾ ਉਗਰਾ ਲਿਆ, ਥੋੜਾ ਬਹੁਤਾ ਮੇਰਾ ਇੱਥੇ ਕੰਮ ਰਹਿ ਗਿਆ ਕੁਝ ਕੁ ਚੰਦ ਦਿਨਾਂ ਦਾ, ਉਸ ਤੋਂ ਬਾਅਦ ਆਪਾਂ ਚੱਲਾਂਗੇ ਦਿੱਲੀ ਨੂੰ, ਬਾਕੀ ਸਾਰਾ ਮੈਂ ਮਾਮਲਾ ਇਕੱਠਾ ਕਰ ਲਿਆ ਹੈ।
ਕਈ ਲੱਖ ਅਰਪਣ ਕਰਹਿ। ਕਈ ਲੱਖਾਂ ਧਨ ਜਿਹੜਾ ਮੈਂ ਮਾਮਲਾ ਇਕੱਠਾ ਕੀਤਾ ਹੈ, ਤੈਨੂੰ ਨਾਲ ਲੈ ਜਾਵਾਂਗਾ ਤੇ ਜਾ ਕੇ ਜਹਾਂਗੀਰ ਬਾਦਸ਼ਾਹ ਦੇ ਅੱਗੇ ਅਰਪਣ ਕਰ ਦੇਵਾਂਗੇ। ਢਿਗ ਸ਼ਾਹੋ ਉਦਾਰੋ। ਜਿਹੜਾ ਬੜਾ ਸਖੀ ਚਿੱਤ ਜਹਾਂਗੀਰ ਬਾਦਸ਼ਾਹ, ਉਹਦੇ ਕੋਲ ਜਾ ਕਰਕੇ। ਚਿੰਤਾ ਮੁਝ ਤੁਝ ਕਾਜ ਤੇ ਕੀ। ਇੱਕ ਹੋਰ ਗੱਲ ਹੈ, ਪ੍ਰਿਥੀ ਚੰਦ ਪ੍ਰਵਾਹ ਨਾ ਕਰੀ, ਮੈਂ ਤੇਰਾ ਮਿੱਤਰ ਹਾਂ, ਤੇਰੇ ਨਾਲ ਵਾਅਦਾ ਕੀਤਾ ਤੇ ਤੇਰਾ ਕੰਮ ਹੈ ਨਾ ਜਿਹੜਾ ਅਰਜਨ ਦੇਵ ਨੂੰ ਪਕੜਾਉਣ ਦਾ ਤੇ ਤੈਨੂੰ ਗੁਰਤਾ ਤੇ ਭਾਉਣ ਦਾ, ਮੈਨੂੰ ਯਾਦ ਹੈ। ਤੇਰੇ ਕੰਮ ਦੀ ਬੜੀ ਮੈਨੂੰ ਚਿੰਤਾ ਹੈ। ਦਿਨ ਰਹਿਣ ਲੱਗੀ ਹੈ। ਦਿਨ ਰਾਤ ਲੱਗੀ ਰਹਿੰਦੀ ਹੈ। ਮੈਂ ਸਦਾ ਤੇਰੇ ਕੰਮ ਨੂੰ ਦਿਲ ਵਿੱਚ ਵਸਾ ਕੇ ਰੱਖਦਾ, ਮੈਨੂੰ ਪੂਰਾ ਪੂਰਾ ਫਿਕਰ ਹੈ। ਜਬ ਲਾ ਕਰਾਂ ਨਾ ਜਾਏ ਤੇ ਕੈ। ਜਦੋਂ ਤੱਕ ਮੈਂ ਤੇਰਾ ਇਹ ਕੰਮ ਦਿੱਲੀ ਬਾਦਸ਼ਾਹ ਦੇ ਕੋਲ ਜਾ ਕੇ ਕਰਵਾ ਨਹੀਂ ਦਿੰਦਾ, ਬੁੱਧ ਮੋਰਦ ਗੀ ਹੈ। ਉਹਨਾਂ ਸਮਾਂ ਮੇਰੀ ਬੁੱਧੀ ਜਿਹੜੀ ਉਹ ਸੜੀ ਜਾਣੀ ਹੈ, ਮੈਨੂੰ ਆਪ ਚਿਤਵਨੀ ਲੱਗੀ ਰਹੇਗੀ। ਇਸ ਪ੍ਰਕਾਰ ਬਹਬਾਰ ਹੀ। ਕਵੀ ਜੀ ਕਹਿੰਦੇ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਆ, ਵਾਰ-ਵਾਰ ਹੀ, ਬੜੇ ਸਮੇਂ ਹੀ ਮਿਲ ਕਰ ਕਹਿ ਦੋ। ਵੀ ਕਦੇ ਵਾਰ-ਵਾਰ ਥੋੜੇ ਦਿਨਾਂ ਬਾਅਦ ਮਿਲ ਪੈਂਦੇ ਆ ਇੱਕ ਦੂਜੇ ਨੂੰ। ਉਹ ਪ੍ਰਿਥੀ ਚੰਦ ਸਿਫਤ ਕਰ ਦਿੰਦਾ ਸੁਲਹੀ ਦੀ, ਤੇ ਸੁਲਹੀ ਭਰੋਸਾ ਦਵਾ ਦਿੰਦਾ ਵੀ ਮੇਰੀ ਪਠਾਨ ਦੀ ਜ਼ਬਾਨ ਪੱਕੀ ਹੈ, ਵੀ ਮੈਂ ਤੇਰਾ ਕੰਮ ਜ਼ਰੂਰ ਕਰਵਾ ਦੇਵਾਂਗਾ। ਸ਼੍ਰੀ ਅਰਜਨ ਕੀਰਤ ਸੁਨਹਿ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਸੋਭਾ ਸੁਣ ਕੇ ਦੋਵੇਂ ਹੀ ਦੁੱਖ ਪ੍ਰਾਪਤ ਸੋ। ਤੇ ਬੜਾ ਭਾਰੀ ਇਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ, ਪ੍ਰਿਥੀ ਚੰਦ ਨੂੰ ਤੇ ਸੁਲਹੀ ਨੂੰ ਵੀ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਸੁਣ ਕੇ ਸੜਦੇ ਬਲਦੇ ਹਨ। ਦੋਹਰਾ ਇਸ ਪ੍ਰਕਾਰ ਸੋ ਦੁਸ਼ਟਤਾ। ਤੋ ਕਵੀ ਜੀ ਕਹਿੰਦੇ ਇਹੋ ਜੀ ਜਿਹੜੀ ਦੁਸ਼ਟਾਂ ਵਾਲੀ ਗੱਲਬਾਤ ਹੁੰਦੀ ਹੈ। ਦੋਨਾਂ ਚਿਤਵੰਤ। ਇਹ ਦੋਵੇਂ ਹੀ ਪ੍ਰਿਥੀ ਚੰਦ ਤੇ ਸੁਲਹੀ ਆਪਦੇ ਚਿੱਤ ਵਿੱਚ ਸਦਾ ਹੀ ਚਿਤਵਦੇ ਰਹਿੰਦੇ ਹਨ। ਸ਼੍ਰੀ ਅਰਜਨ ਆਪਣੇ ਹਿਰਦੈ। ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਦੇ ਹਿਰਦੇ ਦੇ ਅੰਦਰ, ਉਧਰ ਪ੍ਰਿਥੀ ਚੰਦ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੋਭਾ ਵੇਖ ਕੇ ਦੁਖੀ ਹੁੰਦਾ ਹੈ ਤੇ ਚਿੰਤਾ ਦੇ ਵਿੱਚ ਲੱਗਿਆ ਰਹਿੰਦਾ ਹੈ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਦਾ ਆਪਣੇ ਸਰਲ ਸੁਭਾਅ ਦੇ ਅਨੁਸਾਰ ਆਪਣੇ ਮਨ ਦੇ ਅੰਦਰ ਸਰਲ ਸੁਭਾਵ ਬਰਤੰਤ। ਤੋ ਮਹਾਰਾਜ ਦਾ ਸੁਭਾਅ ਸਰਲ ਹੈ, ਸੁਧਾ ਸੁਭਾਅ ਹਜੂਰ ਦਾ, ਤੇ ਸਿੱਧੇ ਸੁਭਾਅ ਦੇ ਵਿੱਚ ਹੀ ਨਿਰਛਲ ਸੁਭਾਅ ਦੇ ਨਾਲ ਧੰਨ ਗੁਰੂ ਅਰਜਨ ਪਾਤਸ਼ਾਹ ਸਦਾ ਵਰਤਦੇ ਹਨ। ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਹੈ। ਤੇ ਗੁਰੂ ਅਰਜਨ ਦੇ ਮਹਾਰਾਜ ਸਾਧ ਸੰਗਤ ਜੀ, ਹੁਣ ਪ੍ਰਿਥੀ ਚੰਦ ਤੇ ਮਹਾਰਾਜ ਦਾ ਕਿੰਨਾ ਫਰਕ ਹੈ ਨਾ। ਪ੍ਰਿਥੀ ਚੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਨਾਂ ਸੁਣਨ ਨੂੰ ਪਸੰਦ ਨਹੀਂ ਕਰਦਾ, ਈਰਖਾ ਕਰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਸੁਭਾਅ ਨਿਰਮਲ ਤੇ ਨਿਰਛਲ ਹੈ। ਬੈਠੇ ਹੋਏ ਮਨ ਵਿੱਚ ਵਿਚਾਰਦੇ ਰਹਿੰਦੇ ਹੈ ਵੀ ਚਲੋ ਪ੍ਰਿਥੀ ਚੰਦ ਜਿਵੇਂ ਦਾ ਮਰਜ਼ੀ ਹੈ, ਹਮਰੇ ਪਿਤ ਕੋ ਪੁੱਤਰ ਹੈ ਤਾਂ ਸਾਡੇ ਪਿਓ ਦਾ ਹੀ ਪੁੱਤ ਹੈ ਨਾ, ਇੱਕੋ ਪਿਓ ਦੇ ਪੁੱਤਰ ਅਸੀਂ। ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਹੈ। ਪੁਨ ਬੈਸ ਵਿਸ਼ਾਲਾ। ਤੇ ਦੂਜੀ ਗੱਲ ਹੈ ਵੀ ਉਮਰ ਵਿੱਚ ਵੀ ਵੱਡਾ ਸਾਥੋਂ। ਇੱਕ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਾਹਿਬਜ਼ਾਦਾ ਹੈ ਪ੍ਰਿਥੀ ਚੰਦ, ਦੂਜੀ ਗੱਲ ਇਹ ਹੈ ਵੀ ਸਾਡੇ ਤੋਂ ਉਮਰ ਵਿੱਚ ਵੀ ਵੱਡਾ ਲੱਗਦਾ ਹੈ। ਨਿਕਸਿਓ ਪੁਰ ਤੇ ਉਜਰ ਕੈ। ਤੇ ਖੋਟੀ ਕਿਸਮਤ ਉਹਦੀ ਜਾਂ ਆਪਦੇ ਸੁਭਾਅ ਦੇ ਕਾਰਨ ਸ਼ਹਿਰ ਛੱਡ ਕੇ ਅੰਮ੍ਰਿਤਸਰ ਸਾਹਿਬ ਨੂੰ ਉਜੜ ਕੇ ਸਮੇਤ ਪਰਿਵਾਰ ਦੇ ਨਿਕਲ ਗਿਆ ਹੈ। ਤਜ ਗਇਓ ਦੁਖਾਲਾ। ਬੜਾ ਦੁਖੀ ਹੋ ਕਰਕੇ ਸ਼ਹਿਰ ਛੱਡ ਦਿੱਤਾ ਉਸਨੇ। ਅਪ ਜਸ ਬਿਖ ਕੇ ਦੈਨ ਕੋ। ਤੇ ਮਹਾਰਾਜ ਵਿਚਾਰਦੇ ਮਨ ਵਿੱਚ ਵੀ ਜਦੋਂ ਸ਼ਹਿਰ ਛੱਡ ਦਿੱਤਾ ਪ੍ਰਿਥੀ ਚੰਦ ਨੇ, ਕਿਉਂ ਛੱਡਿਆ? ਆਪ ਜਸ ਬਿਖ ਕੇ ਦੈਨ ਕੋ, ਜਿਹੜਾ ਨੇ ਜ਼ਹਿਰ ਦਿੱਤਾ ਸੀ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ, ਉਹਦਾ ਪਤਾ ਲੱਗ ਗਿਆ ਸਾਰਿਆਂ ਨੂੰ। ਬ੍ਰਾਹਮਣ ਦੇ ਦਿੱਤੇ ਜ਼ਹਿਰ ਦਾ ਸਭ ਸਿੱਖਾਂ ਨੂੰ ਪਤਾ ਲੱਗਣ ਕਰਕੇ ਤੇ ਸਿੱਖਾਂ ਦੇ ਵਿੱਚ ਰੋਹ ਪੈਦਾ ਹੋਇਆ। ਪ੍ਰਿਥੀ ਚੰਦ ਦੀ ਨਿੰਦਾ ਸ਼ੁਰੂ ਹੋ ਗਈ। ਉਹ ਆਪਦੀ ਨਿੰਦਾ ਸੁਣ ਕੇ ਦੁਖੀ ਹੋ ਗਿਆ ਸੀ। ਸੁਣ ਸਹਿ ਨਾ ਸਕਿਓ ਹੈ। ਤੇ ਸੁਣ ਕੇ ਆਪਦੀ ਨਿੰਦਾ ਸਹਿ ਨਹੀਂ ਸਕਿਆ। ਉਹਦਾ ਪਾਪ ਉਗੜ ਕੇ ਸੰਗਤਾਂ ਦੇ ਸਾਹਮਣੇ ਆ ਗਿਆ ਤੇ ਸੁਣ ਕੇ ਸਹਿ ਨਹੀਂ ਸਕਿਆ ਸੀ। ਅਪਰ ਉਪਾਵਨ ਕੁਛ ਬਨਿਓ। ਤੇ ਹੋਰ ਫਿਰ ਉਹਦੇ ਤੋਂ ਕੋਈ ਹੀਲਾ ਜੂਲਾ ਬਣਿਆ ਨਾ, ਹੋਰ ਤਾਂ ਕੁਝ ਕਰ ਨਾ ਸਕਿਆ ਉਹ। ਉਠ ਜਾਣ ਤਕਿਓ ਹੈ। ਤੇ ਉਹਨੇ ਫਿਰ ਸ਼ਹਿਰ ਛੱਡਣਾ ਹੀ ਮੰਨਿਆ।
ਵੀ ਇਹੀ ਉਹਨੂੰ ਲੱਗਿਆ ਵੀ ਹੋਰ ਤਾਂ ਕੁਝ ਨਿੰਦਿਆ ਦਾ ਹੱਲ ਨਹੀਂ, ਇਹੀ ਆ ਵੀ ਨਿੰਦਿਆ ਤੋਂ ਬਚਣ ਵਾਸਤੇ ਸ਼ਹਿਰ ਛੱਡ ਜਾਈਏ, ਅੰਮ੍ਰਿਤਸਰ ਨੂੰ ਛੱਡ ਕੇ ਚਲੇ ਜਾਈਏ। ਇਹ ਪ੍ਰਿਥੀ ਚੰਦ ਨੇ ਮਨ ਵਿੱਚ ਵਿਚਾਰਿਆ ਸੀ। ਹਮਰੋ ਰਾਖਾ ਏਕ ਨਿਤ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਇਹ ਵੀ ਵਿਚਾਰਦੇ ਆ ਵੀ ਮਣਾ ਵੀ ਸਾਡਾ ਰਾਖਾ ਤਾਂ ਪਰਮੇਸ਼ਰ ਹੈ ਨਾ। ਗੁਰੂ ਨਾਨਕ ਪਾਤਸ਼ਾਹ ਇੱਕੋ ਅਕਾਲ ਪੁਰਖ ਸਾਡਾ ਰਾਖਾ ਹੈ। ਸ਼੍ਰੀ ਪ੍ਰਭ ਕਰਤਾਰਾ। ਉਹ ਪ੍ਰਭੂ ਪਰਮੇਸ਼ਰ ਸਭ ਕਾਰਜਾਂ ਦੇ ਕਰਨ ਵਾਲਾ ਆਪ ਸੁਭਾਏ ਮਾਨ ਸ਼੍ਰੋਮਣੀ ਹੈ। ਬੁਰੂ ਕੌਣ ਕਰ ਸਕੋ ਹੈ। ਜੇ ਗੁਰੂ ਨਾਨਕ ਪਾਤਸ਼ਾਹ ਸਾਡੇ ਵੱਲ ਹੈ, ਸਾਡਾ ਬੁਰਾ ਕੌਣ ਕਰ ਸਕਦਾ ਹੈ? ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਹੈ। ਹੋਏ ਬੈ ਕੋ ਨਬਾਰਾ। ਤੇ ਹੋਏ ਬੰਕ ਨਾ ਬਾਰਾ, ਸਾਡਾ ਬਾਰ ਵਾਲ ਵੀ ਬੰਕਾ ਨਹੀਂ ਹੋਵੇਗਾ। ਮਹਾਰਾਜ ਵਿਚਾਰਦੇ ਵੀ ਪ੍ਰਿਥੀ ਚੰਦ ਜਿੰਨੇ ਮਰਜ਼ੀ ਉਦਮ ਕਰ ਲਵੇ, ਜੇ ਗੁਰੂ ਨਾਨਕ ਪਾਤਸ਼ਾਹ ਸਾਡੇ ਰਾਖੇ ਹੈ ਤੇ ਕਿਸੇ ਤਰ੍ਹਾਂ ਵੀ ਸਾਡਾ ਵਾਲ ਨਹੀਂ ਵਿੰਗਾ ਹੋਵੇਗਾ। ਅਬ ਹਕਾਰ ਕਰਤ ਸੀ ਕਹਾ। ਇਸ ਕਰਕੇ ਇਸ ਤਰ੍ਹਾਂ ਕਰੀਏ ਵੀ ਉਸ ਪ੍ਰਿਥੀ ਚੰਦ ਖੋਟੇ ਨੂੰ ਫਿਰ ਬੁਲਾ ਲਈਏ, ਕਿਸੇ ਸਿਆਣੇ ਸਿੱਖ ਨੂੰ ਭੇਜ ਕੇ ਤੇ ਦੁਬਾਰਾ ਲਿਆ ਕੇ ਵਸਾ ਦਈਏ। ਫਿਰ ਵੀ ਵੱਡਾ ਭਾਈ ਹੈ, ਉਮਰ ਵਿੱਚ ਵੱਡਾ, ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਹੈ। ਚਿੱਟੇ ਕੇਸ ਆ, ਬੁਰਾ ਲੱਗਦਾ ਮੰਗਦਾ ਫਿਰਦਾ ਲੋਕਾਂ ਦੇ ਦਰਵਾਜ਼ਿਆਂ ਤੋਂ, ਅਕਸਰ ਹੈ ਤਾਂ ਸਾਡਾ ਭਰਾ ਹੀ ਨਾ। ਇਸ ਕਰਕੇ ਮਹਾਰਾਜ ਵਿਚਾਰਦੇ ਵੀ ਕੋਈ ਸਿਆਣਾ ਸਿੱਖ ਭੇਜ ਕੇ ਨਾ ਪ੍ਰਿਥੀ ਚੰਦ ਨੂੰ ਮਨਾ ਕੇ ਦੁਬਾਰਾ ਤੇ ਉਹਨੂੰ ਇੱਥੇ ਲਿਆ ਕੇ ਫੇਰ ਬਹਾ ਲਈਏ, ਵਸਾ ਦਈਏ। ਪੁਰ ਬਿਖੈ ਬਸਾਵੈ। ਪਰਿਵਾਰ ਦੇ ਸਮੇਤ ਲਿਆ ਕੇ ਤੇ ਇਸ ਨਗਰ ਅੰਮ੍ਰਿਤਸਰ ਸਾਹਿਬ ਵਿੱਚ ਫੇਰ ਵਸਾ ਦਈਏ। ਦੇਹ ਵਡਾਈ ਤਾਹੇ ਬਹ। ਤੇ ਚਲੋ ਕਿੱਡੀ ਕੁ ਗੱਲ ਹੈ, ਪ੍ਰਿਥੀ ਚੰਦ ਵਡਿਆਈ ਚਾਹੁੰਦਾ ਹੈ, ਵਡਿਆਈ ਦਾ ਭੁੱਖਾ ਹੈ, ਤੇ ਸਾਡਾ ਕੀ ਵਿਗੜ ਚੱਲਿਆ? ਉਹਨੂੰ ਲਿਆ ਕੇ ਕੋਈ ਗੱਲ ਨਹੀਂ, ਪੈਰੀ ਹੱਥ ਲਾ ਦੇਵਾਂਗੇ, ਉਹਨੂੰ ਵਡਿਆਈ ਦੇ ਦਿਆਂਗੇ ਜਿੰਨੀ ਆਖੇਗਾ। ਕਹਿ ਜਸ ਹਰ ਖਾਵੈ। ਤੇ ਸਦਾ ਉਹਦੀ ਸੋਭਾ ਕਰ ਦਿਆ ਕਰਾਂਗੇ, ਜਿਹਦੇ ਨਾਲ ਪ੍ਰਿਥੀ ਚੰਦ ਸਦਾ ਖੁਸ਼ ਰਹਿ ਲਵੇਗਾ। ਉਜਰਿਓ ਵਹਿਰ ਜੋ ਫਿਰਤ ਹੈ। ਕਿਉਂਕਿ ਹੁਣ ਪ੍ਰਿਥੀ ਚੰਦ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਉਜੜਿਆ ਫਿਰਦਾ ਹੈ। ਪ੍ਰਿਥੀ ਚੰਦ ਛੱਡ ਕੇ ਅੰਮ੍ਰਿਤਸਰ ਨਗਰੀ ਨੂੰ ਤੇ ਉਜੜਿਆ ਫਿਰਦਾ ਹੈ, ਦਰ ਦਰ ਭਟਕਦਾ ਫਿਰਦਾ ਹੈ। ਹਮਰੀ ਪੀ ਨਿੰਦਾ। ਉਹਦੇ ਵਿੱਚ ਸਾਡਾ ਵੀ ਨਿੰਦਾ ਹੈ ਵੀ ਲੋਕ ਇਹੀ ਆਖਣਗੇ ਨਾ ਵੀ ਗੁਰੂ ਅਰਜਨ ਦੇਵ ਮਹਾਰਾਜ ਆਪ ਤਖਤ ਤੇ ਬੈਠੇ ਆ ਤੇ ਭਰਾ ਇਹਨਾਂ ਦਾ ਦਰ ਦਰ ਮੰਗਦਾ ਫਿਰਦਾ, ਕਦੇ ਮੁਗਲਾਂ ਦਾ ਸਹਾਰਾ ਲੈਂਦਾ। ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਹੈ। ਮਹਾਰਾਜ ਵਿਚਾਰਦੇ ਆ ਵੀ ਚਲੋ ਉਹ ਤਾਂ ਹੈ ਹੀ ਇਹੋ ਜਿਹਾ, ਤੇ ਆਪਾਂ ਹੀ ਸਿਆਣਪ ਕਰ ਦਈਏ, ਉਹਨੂੰ ਸੱਦ ਕੇ ਇੱਥੇ ਵਸਾ ਲਈਏ ਤੇ ਵਡਿਆਈ ਦੇ ਦਈਏ। ਜੇ ਉਹ ਐਂ ਤੁਰਿਆ ਫਿਰੇਗਾ ਦਰ ਬਦਰ, ਚਿੱਟਾ ਦਾੜਾ ਹੈ ਉਹਦਾ ਪ੍ਰਿਥੀ ਚੰਦ ਦਾ, ਤੇ ਕਿੱਡਾ ਬੁਰਾ ਲੱਗੇਗਾ। ਇਹਦੇ ਵਿੱਚ ਸਾਡੀ ਵੀ ਨਿੰਦਾ ਹੈ। ਨਹੀਂ ਭਾਤ ਕੋ ਪਿਖ ਸਕੈ। ਕਿਉਂਕਿ ਅਸੀਂ ਭਰਾਤ, ਇੱਥੇ ਪੈਰ ਚਰਾਰਾ ਹੋਊਗਾ, ਅਸੀਂ ਆਪਦੇ ਭਰਾ ਨੂੰ ਨਹੀਂ ਜਿਹੜਾ ਵਾ ਇਸ ਤਰ੍ਹਾਂ, ਜਾਂ ਲੋਕ ਆਖਣਗੇ, ਸੰਗਤ ਕੀ ਆਖੇਗੀ, ਜਿਹੜੇ ਤਾਂ ਜਾਣਦੇ ਆ ਇਸ ਗੱਲ ਨੂੰ ਵੀ ਪ੍ਰਿਥੀ ਚੰਦ ਆਪਦੀਆਂ ਖਟਿਆਈਆਂ ਤੋਂ ਨਿਕਲੇ ਆ, ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦਿੰਦਾ ਸੀ, ਅਸੀਂ ਉਹਨੂੰ ਕੁਝ ਨਹੀਂ ਆਖਿਆ, ਆਪਦੀ ਨਿੰਦਾ ਹੁੰਦੀ ਸੀ, ਸੰਸਾਰ ਨੂੰ ਪਤਾ ਲੱਗ ਗਿਆ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਆਪਦੀ ਨਿੰਦਾ ਨਾ ਸਹਾਰਦਾ ਹੋਇਆ ਪ੍ਰਿਥੀ ਚੰਦ ਅੰਮ੍ਰਿਤਸਰ ਸਾਹਿਬ ਚੋਂ ਨਿਕਲਿਆ ਹੈ। ਇਹ ਤਾਂ ਅਸੀਂ ਜਾਣਦੇ ਹਾਂ। ਮਾਰੇ ਕਹਿੰਦੇ ਜਾਂ ਸੰਗਤ ਜਾਣਦੀ ਹੈ, ਪਰ ਜਿਹੜੇ ਪਾਸੇ ਦੀ ਨਵੀਂ ਸੰਗਤ ਆ, ਜਾਂ ਜਿਹੜੇ ਨਹੀਂ ਜਾਣਦੇ, ਜਾਂ ਸਿੱਖ ਗੈਰ ਸਿੱਖ ਹੈ, ਜਿਹੜੇ ਕੋਈ ਮੁਸਲਮਾਨ ਕੋਈ ਹਿੰਦੂ, ਜਿਹੜੇ ਇਸ ਅਸਲੀਅਤ ਤੋਂ ਨਾ ਵਾਕਿਫ ਹਨ, ਜਿਨ੍ਹਾਂ ਨੂੰ ਕੁਝ ਨਹੀਂ ਪਤਾ, ਉਹ ਤਾਂ ਇਹ ਸੋਚਦੇ ਹੋਣਗੇ ਨਹੀਂ ਭਰਾਤ ਕੋ ਪਿਖ ਸਕੈ। ਗੁਰੂ ਅਰਜਨ ਦੇਵ ਤਖਤ ਤੇ ਬਹਿ ਗਏ, ਆਪਦੇ ਵੱਡੇ ਭਰਾ ਨੂੰ ਵੇਖ ਨਹੀਂ ਜਰਦੇ ਸਨ। ਕਾਢਿਓ ਘਰ ਚਿੰਦਾ। ਤੇ ਉਹਨੂੰ ਦੁਖੀ ਕਰਕੇ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਕਢਵਾ ਦਿੱਤਾ ਹੈ। ਗੁਰਤਾ ਦੀਨੀ ਪਿਤਾ ਨੇ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਅਰਜਨ ਦੇਵ ਨੂੰ ਗੁਰਿਆਈ ਦਿੱਤੀ ਹੈ ਸੀ। ਨਗਰੀ ਇਨ ਛੀਨੀ। ਪਰ ਗੁਰੂ ਅਰਜਨ ਦੇਵ ਨੇ ਤਾਂ ਆਪਦੇ ਭਰਾ ਤੋਂ ਸ਼ਹਿਰ ਹੀ ਖੋਲਿਆ ਸਾਰਾ, ਸਾਰੇ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਜਮਾ ਲਿਆ ਹੈ। ਦੇਖ ਸਕਹਿ ਨਹਿ ਨਿਕਟ ਭੀ। ਆਪਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਆਖੇ ਗੁਰੂ ਅਰਜਨ ਦੇਵ ਮਹਾਰਾਜ ਲਾਗੇ ਵੀ ਨਹੀਂ ਵੇਖ ਸਕਦੇ ਹਨ। ਕਾਢ ਬਾਧਾ ਕੀਨੀ। ਤੇ ਬੜਾ ਝਗੜਾ ਕਰਕੇ ਤੇ ਇਥੋਂ ਕੱਢ ਦਿੱਤਾ ਹੈ। ਤ੍ਰਿਸਕਾਰਿਓ ਵੱਡ ਭਰਾਤ ਕੋ। ਆਪਦੇ ਵੱਡੇ ਭਰਾ ਨੂੰ ਤ੍ਰਿਸਕਾਰਿਆ ਹੈ, ਬੜਾ ਉਹਦਾ ਨਿਰਾਦਰ ਕੀਤਾ ਹੈ। ਕੀਨ ਨਾ ਸਨਮਾਨਾ। ਉਹਦਾ ਸਤਿਕਾਰ ਨਹੀਂ ਕੀਤਾ ਕਦੇ, ਉਹਨੂੰ ਬੜਾ ਦੁਖੀ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ।
ਲੋਕ ਜਿਹੜੇ ਆ ਪਾਸੇ ਨਹੀਂ ਜਾਣਦੇ ਸੱਚ ਨੂੰ, ਵੀ ਪ੍ਰਿਥੀ ਚੰਦ ਤਾਂ ਆਪ ਖੋਟਾ ਹੈ, ਪਰ ਉਹਦੇ ਨਾਲ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਬੜੀ ਨਿੰਦਾ ਹੋਵੇਗੀ, ਗੁਰੂ ਰਾਮਦਾਸ ਮਹਾਰਾਜ ਦੇ ਨਾਮ ਨੂੰ ਜਿਹੜਾ ਵਾ ਨਿਊਨਤਾਈ ਹੋਵੇਗੀ, ਨਾਮ ਛੋਟਾ ਪਵੇਗਾ। ਇਸ ਤਰ੍ਹਾਂ ਮਹਾਰਾਜ ਦੀ ਸ਼੍ਰੇਸ਼ਟ ਵਿਚਾਰ ਹੈ ਹਿਰਦੇ ਅੰਦਰ। ਧਨ ਕੇ ਲੋਭੀ ਗੁਰ ਪਏ। ਕਿਉਂਕਿ ਕੋਈ ਨਹੀਂ ਨਾ ਜਾਣਦਾ ਤੇ ਸਾਰੇ ਇਸ ਤਰ੍ਹਾਂ ਆਖਣਗੇ ਵੀ ਗੁਰੂ ਅਰਜਨ ਦੇਵ ਮਹਾਰਾਜ ਵੀ ਧਨ ਦੇ ਲੋਭੀ ਹੈ। ਧਨ ਦੇ ਅੱਗੇ ਵਾਲੀ ਗੱਲ ਨਹੀਂ ਰਹੀ। ਗੁਰੂ ਨਾਨਕ ਪਾਤਸ਼ਾਹ ਫਕੀਰ ਸਨ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲੀ ਗੱਲ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ ਲੋਕ ਇਸ ਤਰ੍ਹਾਂ ਸੋਚਣਗੇ, ਆਖਣਗੇ ਇਹ ਧਨ ਦੇ ਲੋਭੀ ਹੋ ਗਏ, ਗੁਰੂ ਬਣ ਗਏ ਹਨ। ਇਸ ਬਿਦ ਤੇ ਜਾਨਾ। ਉਹ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਨੂੰ ਹੋਰ ਤਰੀਕੇ ਨਾਲ ਵੇਖਿਆ ਕਰਨਗੇ। ਭਾਵ ਵੀ ਸਾਧ ਸੰਗਤ ਜੀ, ਤਖਤ ਮਹਾਰਾਜ ਵਿਚਾਰਦੇ ਵੀ ਇਹ ਤਖਤ ਵੱਡਾ ਹੈ ਨਾ, ਵੀ ਜੇ ਪ੍ਰਿਥੀ ਚੰਦ ਖੁਟਿਆਈ ਕਰਦਾ ਅਸੀਂ ਵੀ ਉਹਦੇ ਵਾਂਗੂ ਕਰਾਂਗੇ ਤੇ ਇਹ ਅਸੀਂ ਪ੍ਰਿਥੀ ਚੰਦ ਦੀ ਬਰਾਬਰੀ ਨਹੀਂ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਦਾ ਤਖਤ ਸਦਾ ਅਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ੰਦ। ਇਹ ਗੁਰੂ ਨਾਨਕ ਪਾਤਸ਼ਾਹ ਜੀ ਕਿਰਤ ਘਣਾ ਨੂੰ ਪਾਲਣ ਵਾਲੇ ਹੈ, ਕੌਡੇ ਰਾਖਸ਼ ਦਾ ਕਲਿਆਣ ਕਰਨ ਵਾਲੇ ਹੈ। ਅਸੀਂ ਇਹ ਗੁਣ ਕਿਉਂ ਨਾ ਧਾਰੀ, ਅਸੀਂ ਮਹਾਰਾਜ ਦੇ ਪੰਜਵੇਂ ਥਾਵੇਂ ਹਾਂ। ਵਿਚਾਰ ਕਰਕੇ ਗਰੀਬ ਨਵਾਜ ਸੋਚਦੇ ਹੈ ਵੀ ਮਣਾ ਪ੍ਰਿਥੀ ਚੰਦ ਨੂੰ ਇੱਥੇ ਸੱਦ ਲਈਏ, ਭਾਵੇਂ ਕਿ ਸਾਧ ਸੰਗਤ ਜੀ ਮਹਾਰਾਜ ਨੇ ਇੱਕ ਵਾਰੀ ਨਹੀਂ ਕਿਹਾ ਸੀ ਪ੍ਰਿਥੀ ਚੰਦ ਇੱਥੋਂ ਜਾਵੇ। ਹਜ਼ੂਰ ਨੇ ਸਿਰਫ ਇੰਨਾ ਕਿਹਾ ਸੀ ਪ੍ਰਿਥੀ ਚੰਦ ਵੈਰ ਕਰਨਾ ਸਾਡੇ ਨਾਲ ਕਰ। 5 ਵਰਿਆਂ ਦੇ ਜਿਹੜੇ ਵੈ ਇਹ ਬਾਲਕ ਜਿਹੜੇ ਵੈ ਸ਼ੀਰਖੋਰ ਬੱਚੇ ਦਾ ਕੀ ਕਸੂਰ ਹੈ, ਤੂੰ ਜ਼ਹਿਰ ਦਵਾਉਣਾ ਫਿਰਦਾ, ਸਾਡੇ ਨਾਲ ਕਰ ਜੋ ਤੂੰ ਕਰਨਾ ਹੈ। ਤੋ ਇਸ ਤਰ੍ਹਾਂ ਮਹਾਰਾਜ ਦੀ ਗੱਲ ਨਾ ਸਹਾਰ ਸਕਿਆ। ਤੋ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ। ਉਹ ਸਾਧ ਸੰਗਤ ਅੰਦਰ ਕੂੜਾ ਸੀ, ਸੱਚ ਬੋਲਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਿਥੀ ਚੰਦ ਦਾ ਹਿਰਦਾ ਧੁਖਿਆ। ਆਪਦੀ ਨਿੰਦਾ ਤੋਂ ਬਚਦਾ ਹੋਇਆ ਅੰਮ੍ਰਿਤਸਰ ਸਾਹਿਬ ਛੱਡ ਕੇ ਗਿਆ ਸੀ। ਹਜ਼ੂਰ ਮਹਾਰਾਜ ਕਹਿੰਦੇ ਸੰਸਾਰ ਇਸ ਤਰ੍ਹਾਂ ਸੋਚੇਗਾ ਵੀ ਧਨ ਦੇ ਲੋਭੀ ਆ ਗੁਰੂ ਅਰਜਨ ਦੇਵ ਜੀ, ਆਪਦੇ ਭਰਾ ਨੂੰ ਨਗਰ ਵਿੱਚੋਂ ਕੱਢ ਦਿੱਤਾ ਹੈ। ਇਤਿਆਦਿਕ ਨਰ ਭਨਤ ਹੈ। ਇਸ ਤਰ੍ਹਾਂ ਬੜੇ ਲੋਕ ਗੱਲਾਂ ਕਰਦੇ ਹੋਣੇ ਕਰਦੇ ਹਨ। ਸ੍ਰੀ ਗੁਰੂ ਵਿਚਾਰੀ। ਤੇ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਦੇ ਮਨ ਵਿੱਚ ਸਾਧ ਸੰਗਤ ਜੀ ਇਹ ਸ਼੍ਰੇਸ਼ਟ ਗੱਲਾਂ ਵਿਚਾਰ ਰਹੇ ਬੈਠੇ ਹੋਏ। ਪੱਲੇ ਬੇਦੀ ਤੇ ਹੁਣ ਕੁੱਲ। ਤੋ ਫਿਰ ਵਿਚਾਰਦੇ ਮਹਾਰਾਜ ਵੀ ਸੰਸਾਰ ਸੋਚੇਗਾ ਵੀ ਪਹਿਲਾਂ ਵੀ ਬੇਦੀਆਂ ਦੀ ਵੰਸ਼, ਜਾਂ ਮਹਾਰਾਜ ਕਹਿੰਦੇ ਜਿਹੜੇ ਬੇਦੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਅੱਗੇ ਵੰਸ਼, ਬਾਬਾ ਸ਼੍ਰੀ ਚੰਦ ਤੋਂ ਜਾਂ ਜਿਹੜੇ ਬਾਬਾ ਲਖਮੀ ਦਾਸ ਜੀ ਧਰਮ ਚੰਦ ਤੋਂ ਅੱਗੇ ਜਿਹੜੀ ਕੁੱਲ ਚੱਲੀ, ਉਹ ਫਿਰ 63 ਕੁੱਲ ਗੁਰੂ ਅੰਗਦ ਪਾਤਸ਼ਾਹ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਜਿਹੜੀ ਕੁੱਲ ਹੈ, ਉਹ ਵੀ ਕੀ ਸੋਚਦੇ ਹੋਣਗੇ। ਇਮ ਕਰਤ ਉਚਾਰੀ। ਵੀ ਉਹ ਆਪਦੇ ਮਨ ਵਿੱਚ ਵਿਚਾਰ ਕਰਦੇ ਹੋਣਗੇ ਵੀ ਸਾਡੇ ਸਮੇਂ ਤਾਂ ਇਹੋ ਜਿਹਾ ਝਗੜਾ ਕਦੇ ਨਹੀਂ ਹੋਇਆ, ਵੀ ਸਾਡੇ ਪਿਤਾ ਦਾਦੇ ਗੁਰੂ ਰਹੇ ਆ, ਇਹ ਸੋਢੀਆਂ ਵਿੱਚ ਆਈ ਹੈ ਗੁਰਤਾ ਤੇ ਤਾਂ ਹੁਣ ਝਗੜਾ ਪੈ ਰਿਹਾ ਹੈ। ਉਹ ਵੀ ਮਨ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਵਿਚਾਰ ਕਰਦੇ ਹੋਣ, ਜਾਂ ਆਮ ਸੰਗਤ ਇਹ ਵਿਚਾਰ ਕਰਦੀ ਹੋਵੇ ਵੀ ਤ੍ਰੇਣਾ ਭੱਲਿਆਂ ਬੇਦੀਆਂ ਵਿੱਚ ਰਹੀ ਆ ਗੁਰਿਆਈ, ਉਦੋਂ ਕੋਈ ਝਗੜਾ ਨਹੀਂ ਸੀ, ਸੋਢੀਆਂ ਵਿੱਚ ਗੁਰਿਆਈ ਜਾਣ ਤੋਂ ਬਾਅਦ ਝਗੜਾ ਪੈ ਗਿਆ। ਸਭ ਸੰਗਤ ਇਸ ਤਰ੍ਹਾਂ ਸੋਚੇਗੀ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਵੈ ਨਿਰਾਦਰ ਹੋਵੇਗਾ। ਹਮ ਪਰ ਅਵਗੁਣ ਧਰਤ ਹੈ। ਤੇ ਸਾਡੇ ਵਿੱਚ ਵੀ ਔਗਣ ਧਰਨਗੇ, ਸਾਡੇ ਤੇ ਵੀ ਦੂਸ਼ਣ ਕਰਨਗੇ ਸਾਰੇ ਹੀ। ਨਹਿ ਭੇਵ ਲਖੰਤੇ। ਤੇ ਆਖਣਗੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਸਿਆਣੇ ਸੀ ਨਾ, ਇਹ ਭੇਲ ਇਹਨਾਂ ਨੇ ਵੀ ਭੇਦ ਨਹੀਂ ਜਾਣਿਆ ਹੈ। ਜਾਂ ਤੇ ਲਿਆਵਣ ਉਚਿਤ ਹੈ। ਜਾਂ ਜਿਹੜੇ ਨਹੀਂ ਭੇਵ ਜਾਣਦੇ, ਭੇਦ ਤੋਂ ਜਿਹੜੇ ਨਹੀਂ ਨਾ ਜਾਣੂ, ਪ੍ਰਿਥੀ ਚੰਦ ਦੀਆਂ ਖੁਟਿਆਈਆਂ ਤੋਂ ਨਹੀਂ ਜਿਹੜੇ ਜਾਣੂ, ਉਹ ਇਸ ਤਰ੍ਹਾਂ ਸੋਚਿਆ ਕਰਨਗੇ। ਤੋ ਇਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੀ ਵੀ ਜਿਹੜੀ ਵੈ ਨਿਊਨਤਾਈ ਹੋਵੇਗੀ। ਜਾਂ ਤੇ ਲਜਾਵਣ ਉਚਿਤ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਸ ਕਰਕੇ ਉਚਿਤ ਹੈ ਜਿਹੜਾ ਕੰਮ ਕਰਨ ਯੋਗ ਹੈ। ਆਪ ਜਸ ਹੈ ਮਿਟਨ ਤੇ। ਜਿਹਦੇ ਪ੍ਰਿਥੀ ਚੰਦ ਨੂੰ ਇੱਥੇ ਲੈ ਆਉਣੇ ਆ, ਇਸ ਨਾਲ ਅਪਜਸ ਮਿਟ ਜਾਵੇਗਾ। ਜਿਹੜਾ ਹੁੰਦੀ ਆ ਨਾ ਨਿੰਦਾ ਜਿਹੜੀ ਚਾਰੇ ਪਾਸੇ ਸਾਡੀ ਕੁੱਲ ਦੀ, ਉਹ ਸਾਰੀ ਮਿਟ ਜਾਵੇਗੀ। ਦਇਆ ਸਿੰਧ ਪੁਨ ਦਇਆ ਮਹਿ। ਉਹ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਦਇਆ ਦੇ ਸਮੁੰਦਰ ਹਨ ਤੇ ਦਇਆ ਰੂਪ ਵਿੱਚ ਆਏ ਹੋਏ ਅੱਜ। ਇਸ ਰੀਤ ਵਿਚਾਰੈ। ਇਹੋ ਜੀਆਂ ਗੱਲਾਂ ਮਹਾਰਾਜ ਆਪਦੇ ਹਿਰਦੇ ਵਿੱਚ ਵਿਚਾਰਦੇ ਵੀ ਪ੍ਰਿਥੀ ਚੰਦ ਤਾਂ ਖੋਟਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਨੂੰ ਲੀਕ ਲੱਗੇਗੀ। ਲੋਕ ਆਖਣਗੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਆਪਸ ਵਿੱਚ ਝਗੜ ਰਹੇ ਆ। ਕੌਣ ਜਾਣਦਾ ਪ੍ਰਿਥੀ ਚੰਦ ਜ਼ਹਿਰ ਦੇ ਰਿਹਾ ਸਾਡੇ ਸਾਹਿਬਜ਼ਾਦੇ ਨੂੰ, ਕੌਣ ਜਾਣਦਾ ਪ੍ਰਿਥੀ ਚੰਦ ਖੋਟਾ ਹੈ। ਪਰ ਇਹਦੇ ਨਾਲ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਜੁੜਿਆ ਹੋਇਆ।
ਹਜ਼ੂਰ ਇਸ ਤਰ੍ਹਾਂ ਦੀ ਵਿਚਾਰ ਸੋਚਦੇ ਆ ਵਹਿਰ ਫਿਰਤ ਦੁਖ ਪਾਏ ਤੇ ਹੈ। ਸੋਚਦੇ ਵੀ ਬਾਕੀ ਪ੍ਰਿਥੀ ਚੰਦ ਭਟਕਦਾ ਫਿਰਦਾ, ਘਰ ਕੋਲ ਨਹੀਂ ਉਹਦੇ, ਡੰਡਾ ਡੋਰੀ ਲੱਦਿਆ ਹੋਇਆ ਸਾਰਾ, ਗੱਡਿਆਂ ਤੇ ਤੁਰਿਆ ਫਿਰਦਾ ਹੈ, ਭਟਕਦਾ ਫਿਰਦਾ ਹੈ ਬਾਹਰ ਅੰਦਰ। ਜੁਤ ਸਭ ਪਰਵਾਰ ਤੇ ਮੂਰਖ ਆਪਦਾ ਪਰਿਵਾਰ ਵੀ ਨਾਲ ਲਈ ਫਿਰਦਾ, ਛੋਟਾ ਜਿਹਾ ਬੱਚਾ ਮਿਹਰਵਾਨ ਵੀ ਉਹਦੇ ਨਾਲ ਹੈ, ਪਤਨੀ ਬੀਬੀ ਕਰਮੋਂ ਨੂੰ ਨਾਲ ਲਿਆ ਹੋਇਆ ਹੈ। ਬਹੁਤ ਵਿਚਾਰਤ ਗੁਰੂ ਜੀ। ਤੋ ਇਸ ਤਰ੍ਹਾਂ ਸਾਧ ਸੰਗਤ ਦੀ ਇਹੋ ਜੀ ਬੜੀ ਵਿਚਾਰ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ। ਤੁਰਕਨ ਟਿਕ ਜਾਨਾ। ਫਿਰ ਮਹਾਰਾਜ ਜੀ ਵਿਚਾਰਦੇ ਵੀ ਪ੍ਰਿਥੀ ਚੰਦ ਕਹਿੰਦਾ ਮੈਂ ਮੁਕੱਦਮਾ ਕਰਾਂਗਾ, ਦਿੱਲੀ ਜਾਵਾਂਗਾ ਤੁਰਕਾਂ ਕੋਲ। ਮਹਾਰਾਜ ਵਿਚਾਰਦੇ ਵੀ ਜੇ ਪ੍ਰਿਥੀ ਚੰਦ ਤੁਰਕਾਂ ਦੇ ਕੋਲ ਜਾਂਦਾ ਹੈ ਕਰਹਿ ਪੁਕਾਰ ਸੁਨਿਆਉ ਹਿਤ। ਤੇ ਉਥੇ ਜਾ ਕੇ ਆਪਦੇ ਤੇ ਨਿਆਂ ਕਰਾਉਣ ਵਾਸਤੇ, ਗੁਰਤਾ ਤਖਤ ਲੈਣ ਵਾਸਤੇ ਮੁਕੱਦਮਾ ਕਰੇਗਾ, ਉਥੇ ਪੁਕਾਰੂ ਹੋਵੇਗਾ, ਫਰਿਆਦੀ ਬਣੇਗਾ ਪਾ ਕਸ਼ਟ ਮਹਾਨਾ। ਤੇ ਉਹਦੇ ਨਾਲ ਬੜਾ ਦੁਖੀ ਆਪ ਵੀ ਹੋਵੇਗਾ ਤੇ ਸੰਗਤਾਂ ਵਿੱਚ ਵੀ, ਭਾਵ ਜਦੋਂ ਫੌਜ ਇਹਦੇ ਵਿੱਚ ਦਖਲ ਦੇਵੇਗੀ, ਇਹ ਬਾਦਸ਼ਾਹ ਲੋਕ ਉਹਦੇ ਵਿੱਚ ਦਖਲ ਦੇਣਗੇ, ਬੜੇ ਮਨੋਰਥ ਹੁੰਦੇ ਇਹਨਾਂ ਦੇ, ਰਾਜਨੀਤੀ ਮਨੋਰਥ ਆਪਦੇ ਸਿੱਧ ਕਰਨ ਵਾਸਤੇ ਕੁਝ ਵੀ ਕਰਨਗੇ, ਜਿਸ ਨਾਲ ਸੰਗਤਾਂ ਵਿੱਚ ਵੀ ਬੜਾ ਕਸ਼ਟ ਫੈਲੇਗਾ, ਦੁੱਖ ਹੋਵੇਗਾ। ਹਮ ਲਗ ਆਵਹਿਗੇ ਦੁਸ਼ਟ। ਫਿਰ ਫੌਜਾਂ ਚੜਾ ਦੇਣਗੇ ਵੱਧ ਤੋਂ ਵੱਧ, ਉਹ ਦੁਸ਼ਟ ਪਾਪੀ ਅੰਮ੍ਰਿਤਸਰ ਸਾਹਿਬ ਤੇ ਚੜ ਕੇ ਆਉਣਗੇ ਸਾਨੂੰ ਫੜਨ ਵਾਸਤੇ। ਇਹ ਬਾਤ ਨਨੀ ਕੀ। ਤੇ ਇਹ ਕੰਮ ਚੰਗਾ ਨਹੀਂ ਹੈ, ਗੁਰੂ ਘਰ ਫੌਜ ਚੜ ਕੇ ਆਵੇ, ਮਹਾਰਾਜ ਵਿਚਾਰਦੇ ਚੰਗਾ ਨਹੀਂ ਹੈ। ਬਿਦਤ ਹੈ ਵੱਡੋ ਵਿਰੋਧ ਤਬ। ਜੇ ਫੌਜ ਚੜ ਕੇ ਆਵੇਗੀ ਸਾਨੂੰ ਫੜਨ ਵਾਸਤੇ, ਸੰਗਤਾਂ ਸਾਡੇ ਪ੍ਰੇਮ ਦੀਆਂ ਬੱਧੀਆਂ ਹੋਈਆਂ ਉਹਨਾਂ ਦਾ ਵਿਰੋਧ ਕਰਨਗੀਆਂ, ਉਥੇ ਝਗੜਾ ਬਣ ਜਾਵੇਗਾ, ਬਹੁਤ ਭਾਰੀ ਵਿਰੋਧ ਬਣ ਜਾਣਾ ਹੈ, ਹੋਰ ਗੱਲ ਵੱਧ ਜਾਵੇਗੀ ਸਾਡੀ ਤੇ ਪ੍ਰਿਥੀ ਚੰਦ ਦੀ। ਹੋਏ ਕੀਰਤ ਫੀਕੀ। ਇਹਦੇ ਨਾਲ ਕਿਸੇ ਦਾ ਕੁਝ ਨਹੀਂ ਵਿਗੜਨਾ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸੋਭਾ ਫਿੱਕੀ ਪੈ ਜਾਵੇਗੀ, ਜਦੋਂ ਝਗੜਾ ਪਵੇਗਾ ਹਜ਼ੂਰ ਦੇ ਘਰ ਦੀ ਸੋਭਾ ਘਟ ਜਾਵੇਗੀ, ਫਿੱਕੀ ਪੈ ਜਾਵੇਗੀ। ਇਤਨੇ ਕਾਰਨ ਹਿਰਦੇ ਮਹਿ। ਇੰਨੇ ਸਾਧ ਸੰਗਤ ਜੀ ਕਾਰਨ ਵਿਚਾਰ ਰਹੇ ਆ ਸੱਚੇ ਪਾਤਸ਼ਾਹ ਦੇ ਅੰਦਰ। ਸ੍ਰੀ ਗੁਰੂ ਵਿਚਾਰੇ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ। ਨਿਸ਼ਚੈ ਕੀਨ ਸੇਹਮਤੋ। ਤੇ ਮਨ ਵਿੱਚ ਫਿਰ ਸਲਾਹ ਬਣਾਈ, ਇਹ ਫੈਸਲਾ ਨਿਸ਼ਚਾ ਕੀਤਾ ਹੈ ਅਬ ਤਿਸੇ ਹਕਾਰੋਂ। ਵੀ ਅਸੀਂ ਪ੍ਰਿਥੀ ਚੰਦ ਨੂੰ ਆਪਦੇ ਕੋਲ ਸੱਦ ਲਵਾਂਗੇ, ਕਿਸੇ ਨੂੰ ਭੇਜ ਕੇ ਅੰਮ੍ਰਿਤਸਰ ਸਾਹਿਬ ਵਾਪਸ ਬੁਲਾ ਲਵਾਂਗੇ। ਨਿਕਟ ਬੁਲਾਵਨ ਕੀਨ ਤਬ। ਤੇ ਆਪਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵਿਚਾਰ ਬਣਾ ਕੇ ਸਿੱਖ ਨੂੰ ਭੇਜ ਕੇ ਫਿਰ ਸੱਦਣਾ ਕੀਤਾ ਹੈ। ਭਾਈ ਗੁਰਦਾਸੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਸਿੱਖ ਭੇਜਿਆ ਵੀ ਪ੍ਰਿਥੀ ਚੰਦ ਨੂੰ ਲਿਆਉਣ ਵਾਸਤੇ ਕਿਹਨੂੰ ਭੇਜੀਏ। ਵਿਚਾਰ ਕੀਤੀ, ਫਿਰ ਸੋਚਿਆ ਵੀ ਭਾਈ ਗੁਰਦਾਸ ਜੀ ਫਿਰ ਰਿਸ਼ਤੇ ਵਿੱਚ ਵੀ ਵੱਡੇ ਆ, ਸਾਡੇ ਮਾਤਾ ਭਾਨੀ ਜੀ ਦੇ ਭਰਾ ਲੱਗਦੇ ਆ, ਸਾਡੇ ਮਾਮਾ ਜੀ ਹਨ, ਤੇ ਪ੍ਰਿਥੀ ਚੰਦ ਵੀ ਚਲੋ ਗੱਲ ਮੰਨੇਗਾ ਉਹਨਾਂ ਦੀ, ਹੋਰ ਕਿਸੇ ਨੂੰ ਤਾਂ ਪਵੇਗਾ ਟੁੱਟ ਕੇ। ਚਲੋ ਤੇ ਵਿਚਾਰਿਆ ਵੀ ਅਸੀਂ ਆਪਦੇ ਰਿਸ਼ਤੇ ਵਿੱਚ ਲੱਗਦੇ ਮਾਮਾ ਜੀ ਭਾਵ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਾਂਗੇ। ਸਿੱਖ ਨੂੰ ਸੱਦਾ ਦਿੱਤਾ ਤੇ ਭਾਈ ਗੁਰਦਾਸ ਜੀ ਨੂੰ ਸੱਦ ਲਿਆ ਹੈ। ਸਮਝਾਈ ਸਭ ਬਾਰਤਾ। ਤੇ ਸਾਰੀ ਗੱਲ ਜਿਹੜੀ ਵੈ ਸਮਝਾ ਦਿੱਤੀ ਹੈ। ਬੈਠਾਏ ਸੋ ਪਾਸੂ। ਆਪਦੇ ਕੋਲ ਬਿਠਾ ਕਰਕੇ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਸਾਰੀ ਗੱਲ ਦੱਸ ਦਿੱਤੀ ਵੀ ਅਸੀਂ ਚਾਹੁੰਦੇ ਹਾਂ ਵੀ ਪ੍ਰਿਥੀ ਚੰਦ ਵਾਪਸ ਆ ਜਾਵੇ। ਉਹ ਜਿਵੇਂ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਭਾਈ ਗੁਰਦਾਸ ਜੀਆਂ ਨੂੰ ਫਿਰ ਬਚਨ ਆਖੇ ਵੀ ਹੇ ਰਿਸ਼ਤੇ ਵਿੱਚ ਸਾਡੇ ਮਾਮਾ ਲੱਗਦੇ ਹੋ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ, ਤੇ ਆਪ ਜੀ ਜਾਓ, ਸਾਡੇ ਵੱਡੇ ਭਰਾ ਤਾਂ ਦਰ ਦਰ ਠੋਕਰਾਂ ਖਾਂਦਾ ਹੋਵੇਗਾ, ਗੁਰੂ ਰਾਮਦਾਸ ਮਹਾਰਾਜ ਦੇ ਨਾਮ ਨੂੰ ਲੱਜਾ ਹੈ ਨਾ, ਉਹਦਾ ਕੀ ਜਾਣਾ, ਉਹ ਤਾਂ ਮੂਰਖ ਹੈ, ਉਹਨੂੰ ਲੈ ਕੇ ਆਓ ਇੱਥੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਚਲਾ ਤਾਂ ਜਾਂਦੇ ਹਾਂ ਅਸੀਂ, ਪਰ ਉਹਨੇ ਆਉਣਾ ਨਹੀਂ, ਕਿਉਂਕਿ ਉਹ ਇਹੋ ਜਿਹੀ ਬਿਰਤੀ ਦਾ ਵੀ ਉਹਨੂੰ ਜਦੋਂ ਸਿੱਧਾ ਰਾਹ ਦੱਸੀ ਨਾ ਤੇ ਉਹ ਹੋਰ ਪਾਸੇ ਦਾ ਰਾਹ ਫੜ ਜਾਂਦਾ। ਤਾਂ ਗਰੀਬ ਨਵਾਜ਼ ਕਹਿੰਦੇ ਕੋਈ ਨਹੀਂ, ਇੱਕ ਵਾਰੀ ਜਾਓ ਜ਼ਰੂਰ ਆਵੇਗਾ। ਪ੍ਰਿਥੀ ਚੰਦ ਨੂੰ ਆਖਣਾ ਵੀ ਗੁਰੂ ਅਰਜਨ ਦੇਵ ਕਹਿੰਦੇ ਤੂੰ ਸਾਰਾ ਕੁਝ ਹੀ ਲੈ ਲੈ, ਜੋ ਕੁਝ ਇੱਥੇ ਗੁਰਿਆਈ ਤਖਤ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਦਿੱਤਾ ਇਹ ਅਸੀਂ ਤੈਨੂੰ ਦੇ ਨਹੀਂ ਸਕਦੇ, ਹਾਂ ਤੂੰ ਗੁਰਿਆਈ ਦੇ ਯੋਗ ਹੋ ਜਾ, ਗੁਰੂ ਤਖਤ ਬਹਿ ਤਖਤ ਹੈ ਕੀ ਲਾਇਕ, ਉਹ ਗੁਣ ਧਾਰ ਲੈ, ਸ਼ੁਭ ਗੁਣ ਤਖਤ ਲੈ ਲਵੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿੰਦੇ ਫਿਰ
ਜਿੰਨੀ ਵੀ ਭੇਟਾ ਆਉਂਦੀ ਹੈ, ਮਾਇਆ ਆਉਂਦੀ, ਜੋ ਵੀ ਆ ਰਹੇ ਅੰਮ੍ਰਿਤਸਰ ਸਾਹਿਬ ਵਿੱਚ ਸੰਗਤਾਂ ਲੈ ਕੇ ਆਉਂਦੀਆਂ, ਪ੍ਰਿਥੀ ਚੰਦ ਨੂੰ ਆਖੋ ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੀ ਸਾਰਾ ਕੁਝ ਹੀ ਦੇ ਦਿੰਨੇ ਆ, ਅਸੀਂ ਆਪਦਾ ਘਰ ਵੀ ਛੱਡ ਦਿੰਨੇ ਆ, ਪਰ ਸਾਡੇ ਨਾਲ ਈਰਖਾ ਨਾ ਕਰੇ, ਭਰਾਵਾਂ ਵਾਂਗੂ ਸਾਡੀ ਰੱਖਿਆ ਕਰੇ, ਸਾਡਾ ਵੱਡਾ ਭਰਾ ਬਣ ਕੇ ਇੱਥੇ ਮੋਹਤਬਾਰੀ ਕਰੇ, ਆਨੰਦ ਸਹਿਤ ਖੁਸ਼ੀ ਖੁਸ਼ੀ ਆਪ ਵੀ ਰਵੇ, ਤੇ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਨੂੰ ਲੀਗ ਨਾ ਲਾਵੇ, ਨਾ ਦਰ ਦਰ ਤੁਰਕਾਂ ਦੇ ਦਰਾਂ ਤੇ ਭਟਕਦਾ ਫਿਰੇ। ਉਹ ਆਪ ਇੱਥੇ ਆ ਕੇ ਚਰਨ ਪਰਸਦੇ ਰਹੇ ਆ, ਗੁਰੂ ਨਾਨਕ ਪਾਤਸ਼ਾਹ ਵੱਡਿਆਂ ਸਤਿਗੁਰਾਂ ਦੇ ਬਾਬਰ ਵਰਗੇ, ਇਹ ਉਹਨਾਂ ਕੋਲ ਜਾਂਦਾ ਸੋਹਣਾ ਲੱਗੇਗਾ। ਇਸ ਤਰ੍ਹਾਂ ਦੀਆਂ ਗੱਲਾਂ ਭਾਈ ਗੁਰਦਾਸ ਜੀ ਨੂੰ ਸਮਝਾਈਆਂ। ਭਾਈ ਗੁਰਦਾਸ ਜੀ ਫਿਰ ਸਾਧ ਸੰਗਤ ਜੀ ਹੇਹਰ ਪਿੰਡ ਗਏ। ਉੱਥੇ ਜਾ ਕਰਕੇ ਫਿਰ ਜਿਵੇਂ ਪ੍ਰਿਥੀ ਚੰਦ ਦੇ ਨਾਲ ਸੰਵਾਦ ਹੋਇਆ, ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਦੀ ਗੱਲ ਸੁਣੀ, ਸੁਣ ਕਰਕੇ ਫਿਰ ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈਐ ਫੂਕ, ਕੋਈ ਗੱਲ ਨਾ ਸੁਣੀ। ਪਰ ਇਹ ਫੇਰ ਵੀ ਸਾਧ ਸੰਗਤ ਜੀ ਦਿੱਲੀ ਮੁਕੱਦਮਾ ਕਰਨ ਪ੍ਰਿਥੀ ਚੰਦ ਜਿਹੜਾ ਵਾ ਉਹ ਆਕੀ ਹੋ ਕਰਕੇ ਪਹੁੰਚਿਆ। ਉਹ ਸਾਰਾ ਫਿਰ ਜਿਵੇਂ ਭਾਈ ਗੁਰਦਾਸ ਜੀ ਵਾਪਸ ਮੋੜ ਆਏ, ਦੱਸ ਦਿੱਤਾ ਵੀ ਮਹਾਰਾਜ ਉਹ ਨਹੀਂ ਗੱਲ ਸੁਣਦਾ ਕਿਸੇ ਦੀ। ਉਹ ਅੱਗੇ ਪ੍ਰਸੰਗ ਜਿਵੇਂ ਆਵੇਗਾ, ਭਾਈ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਸ਼ਰਵਣ ਕਰੀਏ। ਇੱਥੇ ਭਾਈ ਸਮਾਪਤੀ ਹੈ। ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਿਕਟ ਬੁਲਾਵਨ ਕੀਨ ਤਬ, ਭਾਈ ਗੁਰਦਾਸੂ ਸਮਝਾਈ ਸਭ ਬਾਰਤਾ, ਬੈਠਾ ਏ ਸੋ ਪਾਸੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।